ਸਤਨਾਮ ਸ੍ਰੀ ਡੰਡੋਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਜੋਗਨ ਤੇਰਾ ਜੋ ਪ੍ਰਭੂ ਨਾਨਕ ਤੇਰਾ ਹੱਥ ਤੂੰ ਸਮਰਥ ਬੜਾ ਮੇਰੀ ਮਤ ਥੋੜੀ ਰਾਮ ਪਾਵੈ ਕਿਰਤ ਕਲਾ ਪੂਰਨ ਦ੍ਰਿਸ਼ਟ ਤੇਰੀ ਰਾਮ ਪਾਰ ਕਰਤੇ ਮੈਂ ਨੀਚ ਕਛੁ ਨਾ ਜਾਣਾ ਰਤਨ ਤਿਆਗ ਸੰਗ੍ਰਹ ਔਡੀ ਪਸੂ ਨੀਚ ਤਿਆਗ ਚਲਤੀ ਮਹਾ ਚੰਚਲ ਲੋਕ ਕਰ ਕਰ ਜੋੜੀ ਨਾਨਕ ਸਰਣ ਸਮਰਥ ਸੁਆਮੀ ਐ ਜਰਾ ਕੋ
ਜਾਵਾ ਬਲਿਹਾਰ ਜੀ ਮੈਂ ਆਪਣੇ ਜਾਵਾ ਬਲਿਹਾਰ ਜੀ ਮੈਂ ਆਪਣੇ ਜੈ ਸਤਿਗੁਰ ਸਿਮਰੰਤ ਨਾਨਕੇ ਸਿਮਰ ਮਿਟਾਖਿਨ ਜੈ ਸਤਿਗੁਰ ਸਿਮਰੰਤ ਜੈ ਹਰਿ ਨਾਮ ਜਨੋ ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜੈ ਸਤਿਗੁਰ ਸਿਮਰੰਤ ਸਿੱਖ ਨਿਤ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਤਨ ਤਨ ਕਰੋ ਸਤਿਗੁਰ ਲਗ ਪ੍ਰਭ ਪਾਈਐ ਸਤਿਗੁਰ ਸਿਮਰੋ ਨਰ ਵਾਹਿਗੁਰੂ 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 ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੇ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
ਜਿਨਾ ਆਇਆ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ।
दास तेरी सरनाई सदा सदा बलिहारे। परम सत्कारयोग सतगुਰਾਂ ਦੀ ਸਾਜੀ ਔਰ ਨਿਵਾਜੀ गुरु प्यारी गुरु सवारी साध संगत जी, रसना पवित्र करो गुरु महाराज जी की फतेह नाल सांझ पाओ। सारे एक बारी गज के आखो जी वाहिगुरू जी का खालसा वाहिगुरू जी की फतेह। साध संगत, कुछ समय तो आप सब इकट्ठे हो के गुरु महाराज जी के चरणों में जुड़े हो, गुरु के कीर्तन का आनंद मान रहे सी। ਹੁਣ ਆਓ ਕੁਝ ਕੁ ਸਮਾਂ, ਜਿੰਨਾ ਕੁ ਵੀ ਅੱਧਾ ਘੰਟਾ ਪੌਣਾ ਘੰਟਾ ਆਪਣੇ ਕੋਲ ਹੈ, ਘੰਟਾ ਹੈ, ਆਪਾਂ ਉਸ ਦੇ ਵਿੱਚ ਜੋ ਵੀ ਗੁਰੂ ਮਹਾਰਾਜ ਜੀ ਦੇ ਵਿਚਾਰ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਬਾਣੀ ਬਾਰੇ ਵਿਚਾਰ ਕਰੀਏ, ਤਾਂ ਜੋ ਕਿ ਆਪਾਂ ਨੂੰ ਇੱਥੇ ਆਉਣ ਦਾ ਲਾਹਾ ਪ੍ਰਾਪਤ ਹੋ ਸਕੇ ਔਰ ਉਹਨਾਂ ਦੇ ਕੀਤੇ ਹੋਏ ਕਰਮ, ਦਿੱਤੀ ਹੋਈ ਬਾਣੀ, ਬਖਸ਼ਿਆ ਹੋਇਆ ਉਹ ਗਿਆਨ ਸਾਡੇ ਚਿੱਤ ਵਿੱਚ ਵਸ ਚੱਲ ਸਕੇ, ਤਾਂ ਜੋ ਅਸੀਂ ਆਪਣਾ ਜੀਵਨ ਉਸੇ ਤਰ੍ਹਾਂ ਚਲਾ ਸਕੇ। ਸਾਧ ਸੰਗਤ, ਆਪ ਸਭ ਨੂੰ ਪਤਾ ਹੀ ਹੈ ਕਿ ਜਥੇ ਵੱਲੋਂ ਹਰੇਕ ਹਫ਼ਤੇ ਐਤਵਾਰ ਦੇ ਐਤਵਾਰ ਕੀਰਤਨ ਕੀਤਾ ਜਾਂਦਾ ਹੈ, ਅਲੱਗ-ਅਲੱਗ ਜਗ੍ਹਾ 'ਤੇ, ਅਲੱਗ-ਅਲੱਗ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ। ਸੋ ਉਸ ਐਤਵਾਰ ਦੇ ਨਜ਼ਦੀਕ ਅੱਗੇ ਪਿੱਛੇ, ਜਾਂ ਜਿਵੇਂ ਅੱਜ ਆਪਾਂ ਮੱਸਿਆ ਦਾ ਦੀਵਾਨ ਲਗਾ ਰਹੇ, ਸੰਗਰਾਂਦ ਨੂੰ ਛੱਡ ਕੇ, ਸੰਗਰਾਂਦ ਦੇ ਤਾਂ ਫਿਕਸ ਦਿਨ ਮਹਾਰਾਜ ਨੇ ਲਿਖੇ ਹੋਏ, ਬਾਕੀ ਦਿਨ ਪੂਰਨਮਾਸ਼ੀ ਜਾਂ ਕਹਿ ਲਓ ਐਤਵਾਰ ਔਰ ਮੱਸਿਆ ਸੀ, ਜੋ ਆਪਾਂ ਹਾਲੇ ਜਥੇ ਵੱਲੋਂ ਸ਼ੁਰੂ ਕੀਤੀ ਜਾ ਰਹੀ ਸੀ ਕੀਰਤਨ। ਇਸ ਸੇਵਾ ਦੇ ਇਹਨਾਂ ਦਿਨਾਂ ਦੇ ਨਜ਼ਦੀਕ ਕੋਈ ਵੀ ਹੋਰ ਦਿਨ, ਗੁਰੂ ਮਹਾਰਾਜ ਦਾ ਕੋਈ ਇਤਿਹਾਸ, ਕੋਈ ਇਤਿਹਾਸਿਕ ਦਿਹਾੜਾ, ਸਿੱਖਾਂ ਦਾ ਕੋਈ ਇਤਿਹਾਸਿਕ ਦਿਹਾੜਾ, ਸਾਹਿਬਜ਼ਾਦੇ ਜਾਂ ਪੰਜ ਪਿਆਰਿਆਂ ਦਾ ਕਿਸੇ ਦਾ ਇਤਿਹਾਸਿਕ ਦਿਹਾੜਾ ਹੁੰਦਾ ਹੈ, ਤਾਂ ਕੋਸ਼ਿਸ਼ ਕੀਤੀ ਜਾਂਦੀ ਕਿ ਉਸ ਹਫ਼ਤੇ ਦੇ ਵਿੱਚ ਲੰਘੇ ਹੋਏ, ਉਸ ਐਤਵਾਰ ਦੇ ਜਾਂ ਮੱਸਿਆ ਦੇ ਨਜ਼ਦੀਕ ਲੰਘਿਆ ਹੋਇਆ ਦਿਨ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਗੁਰਪੁਰਬ ਜਾਂ ਸਿੱਖਾਂ ਦਾ ਇਤਿਹਾਸਿਕ ਦਿਹਾੜਾ ਕੋਈ ਆਉਣ ਵਾਲਾ ਹੈ ਜਾਂ ਲੰਘਿਆ ਹੋਇਆ ਹੈ, ਉਸ ਦੇ ਬਾਬਤ ਹੀ ਵਿਚਾਰ ਕੀਤੀ ਜਾਵੇ। ਹੁਣ ਤਾਂ ਬੜੀ ਜਾਗਰਤੀ ਆ ਗਈ ਹੈ। ਪਹਿਲਾਂ ਤਾਂ ਅੱਜ ਤੋਂ ਥੋੜ੍ਹੇ ਸਾਲ ਪਿੱਛੇ ਚਲੇ ਜਾਈਏ, ਸੰਗਤ ਨੂੰ ਫਿਰ ਸਿਰਫ ਕੁਝ ਕੁ ਦਿਨਾਂ ਦੀ ਜਾਣਕਾਰੀ ਹੁੰਦੀ। ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੋ ਗਿਆ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ, ਜਾਂ ਫਿਰ ਸ਼ਹੀਦੀ ਗੁਰਪੁਰਬ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ, ਔਰ ਦਿੱਲੀ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਜਾਂ ਫਿਰ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹਨਾਂ ਦਾ ਗੁਰਪੁਰਬ, ਜੋ ਦਿੱਲੀ 'ਚ ਜ਼ਿਆਦਾਤਰ ਮਨਾਏ ਜਾਂਦੇ ਨੇ। ਆਮ ਸੰਗਤ ਨੂੰ ਸਿਰਫ ਇਹਨਾਂ ਗਿਣਤੀ ਦੇ ਗੁਰਪੁਰਬਾਂ ਦੀ ਹੀ ਜਾਣਕਾਰੀ ਹੁੰਦੀ ਸੀ। ਵੈਸੇ ਸਾਡੇ ਗੁਰੂ ਸਾਹਿਬਾਨ ਦੇ ਇਤਿਹਾਸ ਵਿੱਚ ਸੰਬੰਧਿਤ 31 ਗੁਰਪੁਰਬ ਨੇ। ਸਾਡੇ 10 ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ ਜੀ ਮਹਾਰਾਜ ਆਦਿ ਦੇ ਗੁਰੂ ਸਨ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਔਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ। ਬਾਕੀ ਦੇ 9 ਗੁਰੂ ਸਾਹਿਬਾਨ, ਉਹਨਾਂ ਦੇ ਪ੍ਰਕਾਸ਼ ਦਿਹਾੜੇ, ਗੁਰਤਾ ਗੱਦੀ ਪਰ ਸੁਸ਼ੋਭਿਤ ਹੋਣ ਦੇ ਗੁਰਪੁਰਬ ਔਰ ਜੋਤੀ ਜੋਤ ਸਮਾਉਣ ਦੇ ਪੁਰਬ। 27 ਗੁਰਪੁਰਬ ਇਹ ਹੋ ਗਏ। 29 ਜਦੋਂ ਸਭ ਤੋਂ ਪਹਿਲੀ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਮਹਾਰਾਜ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, ਉਹ ਪ੍ਰਕਾਸ਼ ਦਿਹਾੜਾ, ਪਹਿਲਾ ਪ੍ਰਕਾਸ਼, ਉਹ ਮਨਾਇਆ ਜਾਂਦਾ। ਔਰ ਜਿਸ ਦਿਨ ਬਕਾਇਦਾ ਤੌਰ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜੋਤੀ ਜੋਤ ਸਮਾਉਣ ਤੋਂ ਕੁਝ ਕੁ ਦਿਨ ਪਹਿਲਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਬਖਸ਼ੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਵਸ
2 ਗੁਰਪੁਰਬ ਇਹ ਹੋ ਗਏ। ਇਸ ਤਰ੍ਹਾਂ 31 ਗੁਰਪੁਰਬ ਬਣਦੇ ਨੇ ਸਾਲ ਦੇ ਵਿੱਚ, ਸਿਰਫ ਗੁਰਪੁਰਬ ਹੀ 31 ਬਣ ਜਾਂਦੇ ਨੇ। ਜਿਹੜੇ ਇਤਿਹਾਸਿਕ ਦਿਹਾੜੇ ਨੇ ਉਹ ਵੱਖਰੇ ਨੇ, ਜਿਹੜੇ ਗੁਰੂ ਘਰ ਦੇ ਵਿੱਚ ਮਨਾਏ ਜਾਂਦੇ ਨੇ, ਜਾਂ ਸਾਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਦਿਹਾੜੇ, ਜਾਂ ਹੋਰ ਵੀ ਮੁਖੀ ਸਿੱਖ ਸਤਿਗੁਰ ਜੀ ਦੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਦਿਹਾੜੇ, ਉਹ ਇਹਨਾਂ ਤੋਂ ਵੱਖਰੇ ਨੇ। 31 ਦਾ ਇਕੱਲੇ ਗੁਰਪੁਰਬ ਵੀ ਬਣ ਜਾਂਦਾ। ਸੋ ਆਪਾਂ ਬੇਨਤੀ ਕਰ ਰਹੇ ਸੀ ਕਿ ਪਹਿਲੇ ਸੰਗਤ ਤੋਂ ਇੰਨੀ ਜਾਗਰੂਕਤੀ ਨਹੀਂ ਸੀ ਉਹਨਾਂ ਦਿਨਾਂ ਦੇ ਵਿੱਚ। ਹੁਣ ਤਾਂ ਰੋਜ਼ਾਨਾ ਸੰਗਤਾਂ ਸਰਵਣ ਕਰਦੇ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ। ਜਦੋਂ ਅਰਦਾਸ ਸਰਵਣ ਕਰਦੇ ਨੇ ਕੀਰਤਨ ਤੋਂ ਬਾਅਦ, ਜਦੋਂ ਅਰਦਾਸ ਕੀਤੀ ਜਾਂਦੀ ਹੈ, ਅਰਦਾਸ ਦੇ ਵਿੱਚ ਜਿਹੜਾ ਵੀ ਗੁਰਪੁਰਬ ਹੁੰਦਾ ਹੈ, ਅਰਦਾਸ ਕਰਨ ਵਾਲਾ ਸਿੰਘ ਵਿਸ਼ੇਸ਼ ਤੌਰ 'ਤੇ ਗੁਰਪੁਰਬ ਦਾ ਜ਼ਿਕਰ ਕਰਦਾ ਹੈ, ਜਿਸ ਕਰਕੇ ਸਾਰੀ ਸੰਗਤ ਨੂੰ ਜਾਣਕਾਰੀ ਮਿਲ ਜਾਂਦੀ ਹੈ। ਅਤੇ ਸਾਧ ਸੰਗਤ ਅੱਜ ਉਹਨਾਂ 31 ਗੁਰਪੁਰਬਾਂ ਦੇ ਵਿੱਚੋਂ ਆਪਾਂ ਇੱਕ ਗੁਰਪੁਰਬ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ, ਜੋ ਕਿ ਕੱਲ੍ਹ ਸੀ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਨੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ। ਮਨ ਸ਼ਾਂਤ ਆਈ ਵਜੀ ਵਧਾਈ, ਨੈ ਅੰਤ ਜਾਈ ਪਾਇਆ। ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ। ਪ੍ਰਭ ਆਗਮ ਸੁਣਿਆ ਜੀ, ਮੇਰੇ ਮਨ ਚਾਉ ਭਇਆ।
ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਓ ਭਇਆ। ਪ੍ਰਭ ਆਗਮ ਸੁਣਿਆ ਜੀ ਮੇਰੇ ਮਨ ਚਾਓ ਭਇਆ। ਸਾਧ ਸੰਗਤ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖੋਂ ਅੱਜ ਕੱਲ੍ਹ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਜਿਨ੍ਹਾਂ ਦੀ ਬਾਬਤ ਭੱਠਾਂ ਨੇ ਕਥਨ ਕੀਤਾ ਹੈ ਕਿ ਬਚਪਨ ਤੋਂ ਹੀ ਆਪ ਨੂੰ ਆਪਣੇ ਸਵੈ ਸਰੂਪ ਦਾ ਬੋਧ ਹੈ, ਗਿਆਨ ਹੈ। ਉਸ ਬ੍ਰਹਮ ਦੀ ਅਕਾਲ ਪੁਰਖ ਵਾਹਿਗੁਰੂ ਦੀ ਪਹਿਚਾਣ ਹੈ। ਇਸ ਕਰਕੇ ਕੱਲ੍ਹ ਕਵੀ ਜੀ ਕਥਨ ਕਰ ਰਹੇ ਨੇ ਕਿ ਮੈਂ ਉਸ ਗੁਰੂ ਦਾ ਜਸ ਬਿਆਨ ਕਰ ਰਿਹਾ ਹਾਂ। ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਜਨਮ ਤੋਂ ਹੀ ਬ੍ਰਹਮ ਦੀ ਔਰ ਗੁਰਮਤ ਦੀ ਪਛਾਣ ਕਰ ਲਈ। ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਕੱਲ ਕਵੀ ਹੱਥ ਜੋੜ ਕੇ ਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਸ, ਉਹਨਾਂ ਦੀ ਵਡਿਆਈ ਬਿਆਨ ਕਰ ਰਹੇ। ਤੇ ਸਾਧ ਸੰਗਤ, ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ 3 ਸਾਹਿਬਜ਼ਾਦੇ ਸਨ। ਵੱਡੇ ਸਨ ਬਾਬਾ ਪ੍ਰਿਥੀ ਚੰਦ ਜੀ, ਛੋਟੇ ਮਹਾਦੇਵ ਜੀ ਔਰ ਸਭ ਤੋਂ ਛੋਟੇ ਸਨ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਸੇਵਾ ਕਰਕੇ ਪ੍ਰਸੰਨਤਾ ਲਈ। ਸਭ ਬਿਦ ਮਾਨਿਓ ਮਨ ਤਾਹੇ ਤੇ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਉਹਨਾਂ ਦੀ ਸੇਵਾ ਤੇ ਗੁਰੂ ਅਮਰਦਾਸ ਜੀ ਦਾ ਮਨ ਪਤੀਜ ਗਿਆ। ਇਹ ਕਹਿ ਲਈਏ ਸੇਵਾ ਦੁਆਰਾ ਬੀਬੀ ਭਾਨੀ ਜੀ ਨੇ ਔਰ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅਤਿਅੰਤ ਪ੍ਰਸੰਨਤਾ ਪ੍ਰਾਪਤ ਕੀਤੀ। ਉਹਨਾਂ ਦੀ ਸੇਵਾ ਤੇ ਤਰੁੱਟ ਕੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣਾ ਰਾਜ ਵੀ, ਜੋਗ ਵੀ, ਤਖਤ ਵੀ, ਰਿੱਧੀਆਂ ਸਿੱਧੀਆਂ, ਸਾਰਾ ਗਿਆਨ, ਗੁਰੂ ਨਾਨਕ ਘਰ ਦਾ ਰੂਹਾਨੀਅਤ ਸਾਰਾ ਉਹਨਾਂ ਦੇ ਸਪੁਰਦ ਕਰ ਦਿੱਤਾ। ਸੋਢੀ ਸ੍ਰਿਸ਼ਟ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਔਰ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ, ਤਾਂ ਉਹਨਾਂ ਦੇ ਅੱਗੇ ਹੱਥ ਜੋੜ ਕੇ, ਚਰਨਾਂ ਦੇ ਅੱਗੇ ਸੀਸ ਨਿਵਾ ਕੇ ਬੇਨਤੀ ਕੀਤੀ। ਆਪਾਂ ਵੇਖੀਏ, ਪਹਿਲਾਂ ਇਸ ਗੱਲ ਦੀ ਵਿਚਾਰ ਕਰੀਏ ਕਿ ਵੀ ਉਹਨਾਂ ਦੇ ਕੀ ਉਹਨਾਂ ਦਾ ਕੋਈ ਸੈਲਫਿਸ਼ ਸੀਗੇ, ਉਹ ਸੈਲਫਿਸ਼ਨੈਸ ਸੀ ਉਹਨਾਂ ਦੇ ਅੰਦਰ ਮਾਤਾ ਜੀ ਦੇ, ਕਿ ਉਹਨਾਂ ਨੇ ਮਹਾਰਾਜ ਤੋਂ, ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਗੁਰਤਾ ਗੱਦੀ ਬਖਸ਼ ਮੰਗੀ। ਔਰ ਪਾਤਸ਼ਾਹ ਨੇ ਵੀ ਹਮੇਸ਼ਾ ਸਿਰਫ ਅਧਿਕਾਰੀ ਨੂੰ ਹੀ ਦੇਖਿਆ, ਅਧਿਕਾਰੀ ਹੀ ਚੁਣਿਆ। ਕਿਤੇ ਆਪਣੇ ਸੇਵਕਾਂ ਨੂੰ, ਕਦੇ ਆਪਣੇ ਸਾਹਿਬਜ਼ਾਦਿਆਂ ਨੂੰ ਅਧਿਕਾਰੀ ਜਾਣਿਆ, ਕਦੇ ਵੱਡੇ ਛੋਟੇ ਦਾ ਲਿਹਾਜ਼ ਨਹੀਂ ਕੀਤਾ। ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਪਿਤਾ ਜੀਓ, ਹੁਣ ਤੇ ਗੁਰੂ ਘਰ ਦੇ ਵਿੱਚ ਇਹ ਪਰੰਪਰਾ ਚੱਲੀ ਆ ਰਹੀ ਹੈ ਕਿ ਬਖਸ਼ਿਸ਼ ਸੇਵਕ ਉੱਪਰ ਹੀ ਹੁੰਦੀ ਆ ਰਹੀ ਹੈ, ਅਧਿਕਾਰ ਵੀ ਸੇਵਕ ਦਾ ਹੀ ਬਣਦਾ ਹੈ, ਜਿਹੜਾ ਆਗਿਆ ਵਿੱਚ ਰਹਿ ਕੇ ਸੇਵਾ ਕਰਦਾ ਹੈ। ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੋਂ ਹੁਕਮ ਮੰਨਾਈ ਸੀ। ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਪਰ ਆਪ ਐਸੀ ਬਖਸ਼ਿਸ਼, ਐਸੀ ਕਿਰਪਾ ਕਰਦੇ ਅੱਗੇ ਵਾਸਤੇ ਕਿ ਗੁਰੂ ਘਰ ਦੇ ਸਾਹਿਬਜ਼ਾਦੇ ਹੀ ਅੱਗੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦੇਣ। ਕਿਤੇ ਕੱਲ ਨੂੰ ਸੰਸਾਰ ਇਹ ਨਾ ਸਮਝਣਾ ਸ਼ੁਰੂ ਕਰ ਦੇ ਕਿ ਗੁਰੂ ਘਰ ਦੇ ਸਾਹਿਬਜ਼ਾਦੇ, ਉਹਨਾਂ ਦੇ ਅੰਦਰ ਸੇਵਾ ਭਾਵਨਾ ਹੈ ਹੀ ਨਹੀਂ ਸੀ। ਤੇ ਸਾਧ ਸੰਗਤ, ਠੀਕ ਹੈ, ਗੁਰੂ ਸਾਹਿਬਾਨ ਨੇ ਕਈ ਵਾਰ ਆਪਣੇ ਸਾਹਿਬਜ਼ਾਦੇ ਨੂੰ ਛੱਡ ਕੇ ਬਖਸ਼ਿਸ਼ ਆਪਣੇ ਸੇਵਕ ਦੇ ਉੱਪਰ ਵੀ ਕੀਤੀ ਹੈ, ਪਰ ਇਸ ਦਾ ਭਾਵ
ਇਹ ਨਹੀਂ ਲੈ ਸਕਦੇ ਕਿ ਜਿਹੜੇ ਉਹਨਾਂ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਗਏ, ਭਾਵੇਂ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ, ਭਾਵੇਂ ਸਿੱਖ ਸਨ, ਭਾਵੇਂ ਸਾਹਿਬਜ਼ਾਦੇ, ਉਹ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਨਹੀਂ ਸਨ। ਸਾਧ ਸੰਗਤ ਐਸਾ ਨਹੀਂ। ਸਕੂਲਾਂ ਵਿੱਚ ਬੱਚੇ ਪੜ੍ਹਦੇ ਨੇ, ਇਮਤਿਹਾਨ ਵੀ ਦਿੰਦੇ ਹਨ ਔਰ ਇਮਤਿਹਾਨ ਵਿੱਚ ਪਾਸ ਵੀ ਹੁੰਦੇ। ਕੋਈ ਅੱਛੀ ਡਿਵੀਜ਼ਨ ਦੇ ਵਿੱਚ ਪਾਸ ਹੁੰਦਾ ਹੈ, ਕੋਈ ਚੰਗੇ ਗ੍ਰੇਡ ਲੈ ਲੈਂਦਾ ਹੈ, ਕੋਈ ਮਸੀਂ ਪਾਸ ਹੁੰਦੇ ਨੇ। ਇਸ ਵਾਸਤੇ ਪਾਸ ਤਾਂ ਕਈ ਵਾਰੀ ਸਾਰੇ ਹੀ ਹੁੰਦੇ ਨੇ, ਕਈ ਵਾਰ, ਪਰ ਫਸਟ ਤਾਂ ਸਿਰਫ ਇੱਕ ਨਹੀਂ ਹੋਣਾ ਹੁੰਦਾ ਨਾ। ਤੇ ਸਾਧ ਸੰਗਤ, ਜਿਤਨੇ ਵੀ ਸਿੱਖ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ, ਸੇਵਾ ਕੀਤੀ, ਉਹ ਦੇਖਿਆ ਜਾਵੇ ਸਾਰੇ ਹੀ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਹੀ ਸਨ। ਕੋਈ ਥੋੜਾ, ਕੋਈ ਬਹੁਤਾ। ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਤਾਂ ਸਾਰੇ ਹੀ ਸਨ, ਉਹਨਾਂ ਦੀ ਬਖਸ਼ਿਸ਼ ਤਾਂ ਸਾਰਿਆਂ ਦੇ ਉੱਪਰ ਹੀ ਸੀਗੀ, ਪਰ ਉਹਨਾਂ ਵਿੱਚੋਂ ਅਵਲ ਤਾਂ ਇੱਕ ਨਹੀਂ ਹੋਣਾ ਸਨ ਨਾ। ਗੁਰਤਾ ਗੱਦੀ ਤਾਂ ਇੱਕ ਨਹੀਂ ਬਖਸ਼ਣੀ ਸੀ। ਜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਹੋਣ, ਗੁਰਤਾ ਗੱਦੀ ਤਾਂ ਇੱਕ ਨੂੰ ਮਿਲੂਗੀ ਨਾ। ਇੱਕ ਨੂੰ ਛੱਡ ਕੇ ਆਪਾਂ ਸਾਰਿਆਂ ਨੂੰ ਨਲਾਇਕ ਵੀ ਨਹੀਂ ਨਾ ਕਹਿ ਸਕਦੇ, ਜਾਂ ਉਹਨਾਂ ਨੂੰ ਉਹਨਾਂ ਦਾ ਅਧਿਕਾਰੀ ਨਾ ਕਹਿਣਾ ਸ਼ੁਰੂ ਕਰ ਦਈਏ। ਤੇ ਸਾਧ ਸੰਗਤ ਇਸ ਨੂੰ ਬਸ ਅਕਲ ਦੀ ਛੂਣ ਤਾਂ ਹੀ ਕਹਿ ਸਕਦੇ। ਔਰ ਬਹੁਤ ਸਾਰੇ ਆਪਣੇ ਆਪ ਨੂੰ ਕਹਾਉਣ ਵਾਲੇ ਵਿਦਵਾਨ ਪ੍ਰਚਾਰਕ, ਉਹ ਤਾਂ ਜਿੰਨੀ ਦੇਰ ਤੱਕ ਕੋਈ ਮਸਾਲਾ ਨਾ ਲਾ ਲੈਣ ਆਪਣੀ ਕਥਾ ਵਿਚਾਰਾਂ ਦੇ ਵਿੱਚ, ਭਾਵੇਂ ਗੁਰੂ ਘਰ ਦੇ ਸਾਹਿਬਜ਼ਾਦਿਆਂ ਦੇ ਉੱਪਰ, ਭਾਵੇਂ ਅੱਜ ਦੀ ਤਾਰੀਖ ਦੇ ਵਿੱਚ ਪਿੱਛੇ ਜੇ ਹੋ ਚੁੱਕੇ ਮਹਾਂਪੁਰਖਾਂ ਸਾਧੂਆਂ ਦੇ ਉੱਪਰ, ਓਨੀ ਦੇਰ ਤੱਕ ਆਪਣੇ ਵਿਖਿਆਨ ਨੂੰ ਮੁਕੰਮਲ ਹੀ ਨਹੀਂ ਮੰਨਦੇ। ਉਹਨਾਂ ਦੀ ਫਿਤਰਤ ਹੀ ਐਸੀ ਬਣ ਚੁੱਕੀ ਹੈ। ਪਤਾ ਨਹੀਂ ਸੰਸਾਰ ਨੂੰ ਸਮਝਾਉਣਾ ਕੀ ਚਾਹੁੰਦੇ ਨੇ, ਸੰਦੇਸ਼ ਕੀ ਦੇਣਾ ਚਾਹੁੰਦੇ ਨੇ, ਉਹਨਾਂ ਦਾ ਮਨੋਰਥ ਕੀ ਹੈ। ਤੇ ਸਾਧ ਸੰਗਤ, ਭਾਵੇਂ ਗੁਰੂ ਘਰ ਦੇ ਸਾਹਿਬਜ਼ਾਦੇ ਸਨ, ਭਾਵੇਂ ਗੁਰੂ ਸਾਹਿਬਾਨ ਦੇ ਸਿੱਖ ਸਨ, ਸਾਡੇ ਲਈ ਸਾਰੇ ਹੀ ਸਤਿਕਾਰ ਦੇ ਪਾਤਰ ਸਨ। ਸਾਡਾ ਤਾਂ ਫਰਜ਼ ਬਣਦਾ ਹੈ ਕਿ ਸਭਨਾਂ ਹੀ ਸਤਿਕਾਰ ਦੀ ਨਿਗਾਹ ਨਾਲ ਦੇਖਣਾ। ਜੇ ਆਪਾਂ ਗੁਰੂ ਸਾਹਿਬ ਦੇ ਪਰਿਵਾਰਾਂ ਦੇ ਸੱਥਰ ਫੋਲਣੇ ਸ਼ੁਰੂ ਕਰ ਦਈਏ, ਭੱਦੇ ਲਫ਼ਜ਼ ਵਰਤਣੇ ਸ਼ੁਰੂ ਕਰ ਦਈਏ, ਤੇ ਕੌਣ ਸਾਨੂੰ ਭਲਾ ਕਹੂਗਾ? ਕਿੱਧਰੋਂ ਦੀ ਅਕਲਮੰਦੀ, ਕਿੱਧਰੋਂ ਦੀ ਸਾਡਾ ਸਮਝਦਾਰੀ ਹੈ? ਖੈਰ, ਧਿਆਨ ਦਿਓ, ਬੀਬੀ ਭਾਨੀ ਜੀ ਨੇ ਆਪਣੇ ਗੁਰਪਿਤਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ, ਇਸ ਗੱਲ ਦੇ ਵਿੱਚ ਕੋਈ ਸੰਦੇਹ ਨਹੀਂ, ਬਖਸ਼ਿਸ਼ ਤਾਂ ਅਧਿਕਾਰੀ ਦੇ ਉੱਪਰ ਹੀ ਹੋਣੀ ਹੈ, ਭਾਵੇਂ ਸੇਵਕ ਹੋਵੇ, ਭਾਵੇਂ ਕੋਈ ਸਾਹਿਬਜ਼ਾਦਾ ਹੋਵੇ, ਪਰ ਆਪ ਐਸੀ ਕਿਰਪਾ ਕਰ ਦਿਓ। ਹੁਣ ਤੱਕ ਸਿੱਖ ਆਗਿਆਕਾਰੀ ਬਣ ਕੇ ਸੇਵਾ ਕਰਦੇ ਸਨ, ਅੱਗੋਂ ਵਾਸਤੇ ਗੁਰੂ ਘਰ ਦੇ ਸਾਹਿਬਜ਼ਾਦੇ, ਉਹਨਾਂ ਨੂੰ ਵੀ ਸੇਵਕ ਬਣ ਕੇ ਸੇਵਾ ਕਰਨ ਦੀ ਜਾਚ ਆ ਜਾਵੇ। ਉਹ ਵੀ ਨਿਮਰਤਾ ਦੇ ਘਰ ਵਿੱਚ ਆ ਕੇ, ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ ਗੁਰ ਸੰਗਤ ਦੀ ਸੇਵਾ ਕਰਦੇ ਰਹਿਣ। ਉਹਨਾਂ ਦਾ ਜੀਵਨ ਵੀ ਅੱਗੇ ਆਉਣ ਵਾਲੀਆਂ ਨਸਲਾਂ ਉਹਨਾਂ ਵਾਸਤੇ ਆਈਡੀਅਲ, ਆਦਰਸ਼ਕ ਬਣ ਜਾਵੇ। ਅੱਗੇ ਵਾਸਤੇ ਆਪ ਐਸੀ ਬਖਸ਼ਿਸ਼, ਐਸੀ ਕਿਰਪਾ ਕਰ ਦੇ। ਸੋਢੀ ਖਾਨਦਾਨ ਦੇ ਸਾਹਿਬ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ। ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ न जाई, सोडी श्रेष्ठ सकल तारण को, अब गुरु रामदास को मिली बढ़ाई। जान न देसा सोडियों, होरस अर्ज अजर न जरिया जावे, कर ही की वथ करे रहावे। कर दी कर दे विच रह जावे, कर दी कर दे विच
ਵਿੱਚ ਰਹਿ ਜਾਵੇ, ਘਰ ਦੀ ਘਰ ਦੇ ਵਿੱਚ ਘਰ ਦੇ ਵਿੱਚ ਰਹਿ ਜਾਵੇ, ਘਰ ਦੀ ਘਰ ਦੇ ਵਿੱਚ ਰਹਿ ਜਾਵੇ। ਜਿੱਥੇ ਬੈਸਣ ਸਾਧ ਜਨ ਕਰ ਸੰਸਾਰ ਜਨ ਕਰਦੀ ਕਰ ਦੇ ਵਿੱਚ ਰਹਿ ਜਾਵੇ, ਕਰਦੀ ਕਰ ਦੇ ਵਿੱਚ ਰਹਿ ਜਾਵੇ। ਜਦੋਂ ਟੁੱਟੇ ਸਤਿਗੁਰ ਜੀ ਕਰਦੀ ਕਰ ਦੇ ਵਿੱਚ ਰਹਿ ਜਾਵੇ, ਕਰਦੀ ਕਰ ਦੇ ਵਿੱਚ ਰਹਿ ਜਾਵੇ। ਹੁਣ ਟੁੱਟੇ ਨੇ ਸਤਿਗੁਰ ਜੀ ਕਰਦੀ ਕਰ ਦੇ ਵਿੱਚ, ਕਰਦੀ ਕਰ ਦੇ ਵਿੱਚ ਰਹਿ ਜਾਵੇ। ਹੁਣ ਟੁੱਟੇ ਨੇ ਕਰਦੀ ਕਰ ਦੇ ਵਿੱਚ ਰਹਿ ਜਾਵੇ, ਕਰਦੀ ਕਰ ਦੇ ਵਿੱਚ ਰਹਿ ਜਾਵੇ। ਹੁਣ ਟੁੱਟੇ ਕਰਦੀ ਕਰ ਦੇ ਵਿੱਚ ਰਹਿ ਜਾਵੇ, ਕਰਦੀ ਕਰ ਦੇ ਵਿੱਚ ਰਹਿ ਜਾਵੇ। ਰਹਿ ਜਾਵੇ। ਤੇ ਸਾਧ ਸੰਗਤ ਕਰ ਹੀ ਕੀ ਵੱਧ ਘਰੇ ਰਹਾਵੇ। ਤੇ ਹੁਣ ਸਾਧ ਸੰਗਤ ਇਹਦੇ ਵਿੱਚ ਕਿੰਨਾ ਕੁ ਸਵਾਰਥ ਸੀ ਬੀਬੀ ਭਾਨੀ ਜੀ ਦਾ, ਅੱਗੇ ਇਹ ਗੱਲ ਸਪਸ਼ਟ ਹੋ ਜਾਣੀ ਹੈ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਿ ਦੁਨੀਆ ਦੀ ਵਡਿਆਈਆਂ ਤੇ ਠੀਕ ਹੈ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ, ਪਰ ਨਾਲ ਕਈ ਵਾਰ ਮਨੁੱਖਤਾ ਵਾਸਤੇ ਕੁਰਬਾਨੀਆਂ ਵੀ ਕਰਨੀਆਂ ਪੈ ਸਕਦੀਆਂ ਨੇ। ਸੰਸਾਰ ਦੇ ਕਸ਼ਟ ਨਿਵਾਰਨ ਵਾਸਤੇ ਆਪਣੇ ਸਰੀਰ ਦੇ ਉੱਪਰ ਵੀ ਕਸ਼ਟ ਝੱਲਣੇ ਪੈ ਸਕਦੇ ਨੇ। ਦੁਨੀਆ ਦੇ ਦੁੱਖ ਨਿਵਰਤ ਕਰਨ ਲਈ ਕਈ ਵਾਰ ਦੁੱਖ ਆਪਣੇ ਤੇ ਵੀ ਲੈਣਾ ਪੈ ਸਕਦਾ ਹੈ। ਐਸਾ ਵੀ ਜ਼ਿਕਰ ਹੁੰਦਾ ਇਤਿਹਾਸ ਦੇ ਵਿੱਚ ਕਿ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਆਪਣਾ ਮੁਬਾਰਕ ਹੱਥ ਸਿਰ ਤੇ ਰੱਖਦੇ, ਬੀਬੀ ਭਾਨੀ ਦੇ ਸਿਰ ਤੇ ਹੱਥ ਰੱਖਦੇ ਹੋਏ ਆਸ਼ੀਰਵਾਦ ਦਿੰਦੇ ਹੋਏ ਉਹਨਾਂ ਨੇ ਇਹ ਸਮਝਾਇਆ ਕਿ ਆਉਣ ਦੇ ਸਮੇਂ ਦੇ ਵਿੱਚ ਤੱਤੀਆਂ ਤਵੀਆਂ ਤੇ ਵੀ ਬਹਿਣਾ ਪੈ ਸਕਦਾ ਵਾ, ਆਰਿਆਂ ਨਾਲ ਵੀ ਚੀਰਿਆ ਜਾ ਸਕਦਾ ਵਾ, ਦੇਗਾਂ 'ਚ ਵੀ ਬੈਠਣਾ ਪੈ ਸਕਦਾ ਵਾ, ਜੰਗਾਂ ਵੀ ਹੋਣਗੀਆਂ। ਜੋ ਮਹਾਰਾਜ ਨੂੰ ਸੰਕੇਤ ਲੱਗਦੇ ਸੀਗੇ, ਮਹਾਰਾਜ ਨੇ ਬੀਬੀ ਭਾਨੀ ਨੂੰ ਸਾਰਾ ਕੁਝ ਸਮਝਾਇਆ ਕਿ ਆਉਣ ਦੇ ਸਮੇਂ ਦੇ ਵਿੱਚ ਨੀਹਾਂ ਵਿੱਚ ਵੀ ਚਿਣਵਾਇਆ ਜਾਏ। ਸਾਰਾ ਕੁਝ ਉਹਨਾਂ ਨੂੰ ਸਮਝਾ ਦਿੱਤਾ, ਦਿਖਾ ਦਿੱਤਾ, ਇੱਕ ਹਿਸਾਬ ਨਾਲ ਦਿਖਾ ਹੀ ਦਿੱਤਾ ਉਹਨਾਂ ਨੂੰ, ਸਾਰਾ ਇਮੈਜੀਨੇਸ਼ਨ ਕਰਾ ਦਿੱਤੀ ਕਿ ਇਹ ਕੁਝ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਕਈ ਕਥਾਵਾਚਕ ਕਹਿ ਦਿੰਦੇ ਨੇ, ਕਈ ਲਿਖਾਰੀ ਲਿਖ ਵੀ ਦਿੰਦੇ ਨੇ ਕਿ ਵੀ ਉਹਨਾਂ ਪਾਤਸ਼ਾਹ ਨੇ ਉਹਨਾਂ ਨੂੰ ਆਉਣ ਦਾ ਸਮਾਂ ਸਿਰ ਤੇ ਹੱਥ ਰੱਖ ਕੇ ਆਉਣ ਦਾ ਸਮਾਂ ਹੀ ਦਿਖਾ ਦਿੱਤਾ, ਕਿਵੇਂ ਕਿਵੇਂ ਸਾਰਾ ਕੁਛ ਹੈ। ਪਰ ਨਹੀਂ ਸਾਧ ਸੰਗਤ, ਕੋਈ ਵੀ ਗੁਰੂ ਪਾਤਸ਼ਾਹ ਨੇ, ਪੀਰ ਪੈਗੰਬਰ ਹੋਏ ਨੇ, ਕੋਈ ਵੀ ਆਉਣ ਵਾਲਾ ਸਮਾਂ ਨਹੀਂ ਦੇਖ ਸਕਦਾ।
ਜੇ ਆਉਣ ਵਾਲਾ ਸਮਾਂ ਪਾਤਸ਼ਾਹ ਦੇਖ ਸਕਦੇ ਤਾਂ ਉਹਨਾਂ ਨੇ ਭਾਣੇ ਨੂੰ ਮਿੱਠਾ ਕਰਕੇ ਨਹੀਂ ਸੀ ਮੰਨਣਾ, ਉਹਨਾਂ ਨੇ ਭਾਣੇ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਸੀ। ਉਹਨਾਂ ਨੂੰ ਪਤਾ ਹੋਣਾ ਸੀ ਕਿ ਆਉਣ ਦੇ ਸਮੇਂ ਦੇ ਵਿੱਚ ਆਹ ਕੁਝ ਹੋਣਾ, ਇਹਨੂੰ ਮੈਂ ਕੁਛ ਨਾ ਕੁਛ ਕਰਕੇ ਬਦਲ ਲਵਾਂ। ਉਹਨਾਂ ਨੂੰ ਇਹ ਜ਼ਰੂਰ ਪਤਾ ਸੀ ਕਿ ਇਹ ਜੋ ਅਸੀਂ ਸਟੈਪ ਲੈ ਰਹੇ ਹਾਂ ਆਉਣ ਦੇ ਸਮੇਂ ਦੇ ਵਿੱਚ ਇਹਦੇ ਕੀ ਫਾਇਦੇ ਔਰ ਨੁਕਸਾਨ ਹੋ ਸਕਦੇ ਨੇ, ਕੀ ਇਹਦੇ ਅੱਗੇ ਰਿਜ਼ਲਟ ਕੀ ਨਿਕਲ ਸਕਦਾ। ਉਸ ਦੇ ਬੇਸ 'ਤੇ, ਉਹਦੇ ਬਿਹਾਵ 'ਤੇ ਪਾਤਸ਼ਾਹ ਨੇ ਉਹੋ ਜਿਹੀਆਂ ਗੱਲਾਂ, ਉਹੋ ਜਿਹੇ ਸਟੈਪ ਲਏ। ਉਹਨਾਂ ਨੂੰ ਪਤਾ ਸੀ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦੀ ਸਾਡੀ ਸਿੱਖੀ ਆ, ਕਿਉਂਕਿ ਪੁਜਾਰੀ ਤਬਕੇ ਨੂੰ ਇਹ ਸਿੱਖੀ ਨਹੀਂ ਪਸੰਦ। ਪੁਜਾਰੀ ਤਬਕਾ ਕਹਿੰਦਾ ਸੀਗਾ ਕਿ ਵੀ ਪਹਾੜੀਆਂ 'ਤੇ ਜਾਓ, ਧਾਰਮਿਕ ਸਥਾਨਾਂ 'ਤੇ ਜਾਓ, ਕ੍ਰਿਸ਼ਨ ਦੇ ਸਥਾਨ 'ਤੇ ਜਾਓ, ਬਨਾਰਸ, ਉੱਥੇ ਜਾ ਕੇ ਤੁਹਾਡਾ ਫਾਇਦਾ ਹੋਊਗਾ, ਉੱਥੇ ਇਸ਼ਨਾਨ ਕਰੋਗੇ ਫਾਇਦਾ ਹੋਊਗਾ। ਪਰ ਪਾਤਸ਼ਾਹ ਕਹਿੰਦੇ ਸੀਗੇ ਕਿਸੇ ਇੱਕ ਪਾਣੀ ਦੇ ਵਿੱਚ, ਇੱਕ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲ ਕੋਈ ਫਾਇਦਾ ਨਹੀਂ ਹੋ ਸਕਦਾ, ਭਾਵੇਂ ਜਿੱਡਾ ਵੱਡਾ ਮਰਜ਼ੀ ਧਰਮ ਸਥਾਨ ਹੋ। ਆਪਾਂ ਬਹੁਤ ਵਾਰੀ ਵਿਚਾਰ ਕਰਦੇ ਹਾਂ, ਆਪਾਂ ਦੂਸਰਿਆਂ ਦੇ ਬਾਰੇ ਬਹੁਤ ਜਲਦੀ ਕਹਿ ਦਿੰਦੇ, ਇਹ ਗੱਲ ਬਹੁਤ ਸਹੀ ਹੈ, ਕੋਈ ਗਲਤ ਨਹੀਂ ਇਹਦੇ ਵਿੱਚ। ਪਰ ਜਦੋਂ ਸਾਡੇ 'ਤੇ ਵਾਰੀ ਆਉਂਦੀ ਉਦੋਂ ਅਸੀਂ ਮੰਨਦੇ ਨਹੀਂ ਉਸ ਗੱਲ, ਆਪਣੇ ਮਨ ਨੂੰ ਮੰਨਣ ਦੇ ਯੋਗ ਨਹੀਂ ਬਣਾਉਂਦੇ। ਜੇ ਅਗਰ ਕੋਈ ਦੇ ਵਿੱਚ ਮਤਲਬ ਕਿ ਸਾਰੇ ਧਰਮਾਂ ਦੇ ਹੀ ਧਰਮ ਸਥਾਨਾਂ ਦੀ ਗੱਲ ਹੁੰਦੀ ਆ, ਕਿਸੇ ਵੀ ਧਰਮ ਸਥਾਨ 'ਤੇ ਜਾ ਕੇ ਇਸ਼ਨਾਨ ਕਰਨ ਨਾਲ 1% ਦਾ ਵੀ ਫਾਇਦਾ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਧਰਮ ਸਥਾਨ ਨੇ ਉਹ ਸਿਰਫ ਘਮੰਡ ਦਿੰਦੇ ਨੇ। ਹੁਣ ਜਿੰਨੇ ਵੀ ਦਰਬਾਰ ਸਾਹਿਬ ਜਾਂਦੇ ਨੇ, ਸਾਡੇ ਜਾਣ ਪਹਿਚਾਣ ਦੇ ਵਿੱਚ ਵੀ, ਤੁਹਾਡੇ ਜਾਣ ਪਹਿਚਾਣ ਦੇ ਵਿੱਚ ਵੀ ਦਰਬਾਰ ਸਾਹਿਬ ਜਾਂਦੇ ਨੇ, ਜਾਣ ਪਹਿਚਾਣ ਦੇ ਜੋ ਜਾਂਦੇ ਨੇ ਕੀ ਕਰਦੇ, ਰਾਤ ਨੂੰ ਜਾਂਦੇ ਹੁੱਲੜਬਾਜ਼ੀਆਂ, ਗਾਲਾਂ ਕੱਢਦੇ, ਉਹਦੀ ਗੱਲ ਕਰ ਲਈ, ਉਹਦੀ ਭੈਣ ਦੀ ਗੱਲ ਕਰ ਲਈ, ਉਹਦੇ ਬਾਰੇ ਗੱਲਾਂ ਕਰ ਲਈਆਂ, ਮੇਰੀ ਇੰਨੀਆਂ ਸਹੇਲੀਆਂ ਇਹ ਗੱਲਾਂ ਕਰ ਲਈਆਂ, ਮੈਂ ਇੱਕ ਘੁੱਟ ਦੇ ਚਿੰਨੇ ਪੈਗ ਲਾ ਲੈਂਦਾ। ਇਹੋ ਜਿਹੀਆਂ ਗੱਲਾਂ ਕਰਦੇ ਕਰਦੇ ਅਸੀਂ ਗੁਰੂ ਘਰ 'ਚ ਜਾਂਦੇ ਹਾਂ, ਮੱਥਾ ਟੇਕ ਕੇ ਅਸੀਂ ਵਾਪਿਸ ਆ ਜਾਂਦੇ ਹਾਂ। ਕੋਈ ਸੇਵਾ ਨਹੀਂ, ਕੋਈ ਕੁਝ ਨਹੀਂ। ਇਸ਼ਨਾਨ ਕੀਤਾ, ਸਾਨੂੰ ਇੱਕ ਗਲਤ ਫਹਿਮੀ ਪੈ ਜਾਂਦੀ ਕਿ ਅਸੀਂ ਇਸ਼ਨਾਨ ਕਰ ਲਿਆ, ਅਸੀਂ ਮੱਥਾ ਟੇਕ ਲਿਆ ਤਾਂ ਸਾਡੇ ਰਸਤੇ ਕੀਤੀਆਂ ਗੱਲਾਂ ਜਾਂ ਆਉਣ ਵਾਲਾ ਕੀਤਾ ਸਮੇਂ ਦੇ ਵਿੱਚ ਜੋ ਗੱਲਾਂ ਜਾਂ ਕਰਮ ਸਾਡੇ ਸਾਫ਼ ਹੋ ਜਾਣਗੇ। ਨਹੀਂ, ਇਸ ਤਰ੍ਹਾਂ ਕੁਝ ਨਹੀਂ ਹੋਣਾ ਜਿੰਨੀ ਦੇਰ ਤੱਕ ਉਸ ਚੀਜ਼ ਨੂੰ ਅਸੀਂ ਆਪਣੇ ਮਨ ਦੇ ਵਿੱਚ ਨਹੀਂ ਵਸਾਉਂਦੇ। ਜਾਂਦੇ ਨੇ, ਹੁੱਲੜਬਾਜ਼ੀਆਂ ਕਰਦੇ ਨੇ, ਉਹ ਜਿਵੇਂ ਮੰਨ ਲਓ ਕਿ ਲੋਕੀ ਹਿਲ ਸਟੇਸ਼ਨ ਜਾਂਦੇ ਨੇ, ਸ਼ਿਮਲੇ ਜਾਂਦੇ ਨੇ, ਮਨਾਲੀ ਜਾਂਦੇ ਨੇ, ਕੁਫਰੀ ਜਾਂਦੇ ਨੇ ਘੁੰਮਣ ਫਿਰਨ ਲਈ, ਲੇਹ ਲਦਾਖ ਜਾਂਦੇ ਨੇ ਘੁੰਮਣ ਫਿਰਨ ਲਈ। ਸੇਮ ਐਜ਼ ਇਟ ਇਜ਼ ਉਹਨਾਂ ਲਈ ਉਹ ਘੁੰਮਣ ਲਈ ਪੁਆਇੰਟ ਬਣੇ ਹੋਏ ਨੇ, ਟੂਰਿਸਟ ਪੁਆਇੰਟ ਬਣੇ ਹੋਏ ਨੇ ਉਹਨਾਂ ਲੋਕਾਂ ਲਈ, ਜਿਹੜੇ ਜਾਂਦੇ ਨੇ ਬਸ ਘੁੰਮ ਫਿਰ ਕੇ ਆ ਜਾਂਦੇ ਨੇ, ਹਾਸਾ ਖੇਡ ਕਰਕੇ ਆ ਜਾਂਦੇ ਬਸ। ਕੋਈ ਸਵਾਲ ਜਵਾਬ ਨਹੀਂ, ਕੋਈ ਕਿੰਤੂ ਪਰੰਤੂ ਨਹੀਂ, ਕੋਈ ਸਮਝ ਨਹੀਂ, ਬਸ ਮੂੰਹ ਚੱਕ ਕੇ ਤੁਰੇ, ਮੂੰਹ ਚੱਕ ਕੇ ਵਾਪਿਸ ਆ ਗਏ। ਤੇ ਮੱਥਾ ਲਾਉਣਾ ਵਾ ਤੇ ਜਿੱਥੇ ਉੱਤਰੇ ਮੱਥਾ ਲਾ ਲਓ। ਜਾਂ ਮੈਂ ਤਾਂ ਇਹ ਕਹਿਣਾ ਹੁੰਦਾ ਵਾ ਕਿ ਵੀ ਆਪਣਾ ਸਮਾਂ ਖਰਾਬ ਹੀ ਕਿਉਂ ਕਰਦੇ, ਜਿਹੜਾ ਕੰਜਰਖਾਨਾ ਅਸੀਂ ਕਰਨਾ ਉਹੀ ਕਰ ਲਈਏ ਜਾ ਕੇ। ਘੱਟੋ ਘੱਟ ਤੁਹਾਨੂੰ ਇਹ ਤਾਂ ਹੋਊਗਾ ਕਿ ਅਸੀਂ ਉਹ ਕੀਤਾ ਜੋ ਅਸੀਂ ਕਰਦੇ ਹਾਂ, ਜੋ ਸਾਨੂੰ ਪਸੰਦ ਹੈ। ਅਸੀਂ ਇਹ ਕਿਉਂ ਨਹੀਂ ਸਮਝਦੇ ਕਿ ਪਾਤਸ਼ਾਹ ਹੀ ਕਹਿੰਦੇ ਆ ਕਿ ਜਿੱਥੇ ਜਾਂਦੇ ਹੋ ਉਹਦੇ ਬਾਰੇ ਸੋਚੋ ਕਿ ਅਸੀਂ ਕੀ ਕਰਨ, ਕੀ ਜਾਣਾ। ਉੱਥੇ ਗੁਰੂ ਘਰ ਜਾਂਦੇ ਹਾਂ ਤਾਂ ਅਸੀਂ ਇਹ ਸਮਝ ਕੇ ਜਾਣਾ ਕਿ ਅਸੀਂ ਉੱਥੋਂ ਕੁਝ ਸਿੱਖ ਕੇ ਆਉਣਾ ਵਾ। ਅਸੀਂ ਉੱਥੇ ਜਾ ਕੇ ਇੱਕ ਵੀ ਆਪਣੇ ਮਾੜੇ ਕਰਮ ਦੀ ਸਹੁੰ ਨਹੀਂ ਖਾ ਕੇ ਆਉਂਦੇ ਕਿ ਵੀ ਅਸੀਂ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ, ਅੱਜ ਤੋਂ ਬਾਅਦ ਅਸੀਂ ਮਾਸ ਨਹੀਂ ਖਾਣਾ। ਫਿਰ ਸਾਡਾ ਉੱਥੇ ਜਾਣ ਦਾ ਕੀ ਫਾਇਦਾ ਜੇਕਰ ਅਸੀਂ ਮਾੜੇ ਕੰਮਾਂ ਨੂੰ ਉੱਥੇ ਛੱਡ ਕੇ ਨਹੀਂ ਆਉਣਾ, ਭਾਵ ਕਿ ਮਾੜੇ ਕੰਮਾਂ ਦਾ ਛੱਡਣ ਦਾ ਪ੍ਰੋਮਿਸ ਕਰਕੇ ਨਹੀਂ ਆਉਣਾ ਔਰ ਉੱਥੇ ਜਾ ਕੇ ਸੇਵਾ ਨਹੀਂ ਕਰਨੀ। ਅਸੀਂ ਕਿਉਂ ਸਿਰਫ ਇੱਕ ਘੁੰਮਣ ਫਿਰਨ ਦੇ ਸਥਾਨ ਬਣਾਏ ਨੇ? ਮੈਂ ਕਹਿੰਦਾ ਕਿ ਇਹੋ ਜਿਹੀ ਜਗ੍ਹਾ 'ਤੇ ਆਪਾਂ ਜਾਂਦੇ ਨਾ ਜਾਓ। 100 ਜਾ ਰਹੇ ਨਾ, 1000 ਲੋਕੀ ਨੇ, ਲੱਖ ਨੇ, ਲੱਖਾਂ 'ਚੋਂ ਜੇਕਰ 1000 ਰਹਿ ਜਾਣਗੇ ਨਾ, ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਕੋਈ ਬਹੁਤ ਵੱਡਾ ਨੁਕਸਾਨ ਨਹੀਂ ਹੋਣ ਲੱਗਿਆ ਜਗ੍ਹਾ ਨੂੰ, ਉਸ ਸਥਾਨ ਨੂੰ। ਬਹੁਤ ਫਾਇਦਾ ਹੀ ਹੋਊਗਾ। ਐਟਲੀਸਟ ਇਹ ਪਤਾ ਹੋਊਗਾ ਕਿ ਜਿਹੜੇ ਹੁਣ ਜਾਣ ਵਾਲੇ ਨੇ, ਉਹ ਜਿਨ੍ਹਾਂ ਨੇ ਸਿਰਫ ਘੁੰਮਣਾ ਫਿਰਨਾ ਵਾ, ਉਹਨਾਂ ਤੋਂ ਇਲਾਵਾ ਉਹ ਬਾਹਰ ਹੀ ਰਹਿਣ ਆਪਣਾ।
ਔਰ ਜਿਹੜੇ ਅਸਲ 'ਚ ਸੱਚੀ ਪਾਤਸ਼ਾਹ ਲਈ ਆਏ ਨੇ ਉਹ ਆਉਣ ਅੰਦਰ ਆ ਕੇ ਦਰਸ਼ਨ ਕਰਨ, ਗੁਰੂ ਪਾਤਸ਼ਾਹ ਤੋਂ ਕੁਝ ਸਿੱਖਣ, ਆਪਣੇ ਮਾੜੇ ਕੰਮ ਛੱਡ ਕੇ ਜਾਣ, ਚੰਗੇ ਗੁਣ ਲੈ ਜਾਣ। ਫਿਰ ਪ੍ਰਭਾਵ ਵੀ ਲੋਕਾਂ 'ਤੇ ਜ਼ਿਆਦਾ ਪਊਗਾ ਕਿ ਆਹ ਜਿਹੜੇ ਨੇ ਇਹ ਚੰਗੇ ਲੋਕ ਨੇ। ਪੱਗਾਂ ਬੰਨ੍ਹਣ ਨਾਲ ਕੋਈ ਸਿੱਖ ਨਹੀਂ ਹੋ ਜਾਂਦਾ। ਰਾਜਸਥਾਨ ਦੇ ਵਿੱਚ ਬਥੇਰੀ ਜਨਤਾ ਪੱਗਾਂ ਬੰਨ੍ਹਦੀ ਹੈ। ਹਿੰਦੂ ਵੀ ਅੱਗੇ ਪੁਰਾਣੇ ਸਮੇਂ ਦੇ ਵਿੱਚ ਪੱਗਾਂ ਬੰਨ੍ਹਦੇ ਸੀ। ਜਿਹਨੂੰ ਇਹ ਵੱਡਾ ਬਹੁਤ ਆਪਣੇ ਕੌਮ ਦੇ 'ਚ ਬਥੇਰਿਆਂ ਨੂੰ ਇਹ ਬਹੁਤ ਵੱਡਾ ਭੁਲੇਖਾ ਕਿ ਅਸੀਂ ਪੱਗ ਬੰਨ੍ਹ ਲਈ, ਅਸੀਂ ਦਾੜਾ ਰੱਖ ਲਿਆ ਤਾਂ ਅਸੀਂ ਬਹੁਤ ਵੱਡੇ ਸਿੱਖ ਬਣ ਗਏ। ਔਰ ਜਿਨ੍ਹਾਂ ਨੇ ਕਈਆਂ ਨੇ ਤਾਂ ਦਾੜੀ ਕਟਾਈ ਆ, ਉਹਨਾਂ ਨੇ ਇਕੱਲੀ ਪੱਗ ਬੰਨ੍ਹੀ, ਉਹਨਾਂ ਨੂੰ ਤਾਂ ਲੱਗਦਾ ਅਸੀਂ ਸਭ ਤੋਂ ਹੀ ਵੱਡੇ ਸਿੱਖ ਹਾਂ। ਔਰ ਜਿਨ੍ਹਾਂ ਨੇ ਕੇਸ ਹੀ ਕਤਲ ਕਰਾਏ ਹੋਏ, ਮਗਰੋਂ ਹੀ ਲਾਤਾ ਸਾਰਾ ਕੁਛ, ਉਹ ਕਹਿੰਦੇ ਨੇ ਸਾਡੇ ਵਰਗੇ ਤਾਂ ਸਿੱਖ ਹੀ ਕੋਈ ਨਹੀਂ। ਉਹਨਾਂ ਨੂੰ ਇਹ ਲੱਗਦਾ ਕਿ ਮਨ ਦੀ ਸਿੱਖੀ ਹੋਣੀ ਚਾਹੀਦੀ, ਤਨ ਦੀ ਸਿੱਖੀ ਤੋਂ ਕੀ ਕਰਾਉਣਾ। ਜੇ ਤਨ ਦੀ ਸਿੱਖੀ ਨਾ ਚਾਹੀਦੀ ਹੁੰਦੀ ਤਾਂ ਪਾਤਸ਼ਾਹ ਨੂੰ ਕੀ ਲੋੜ ਸੀਗੀ। ਉਹ ਮਨ ਦੀ ਸਿੱਖੀ ਬਣਾਈ ਰੱਖਦੇ, ਬਾਹਰੋਂ ਮੁਸਲਮਾਨ ਬਣੇ ਰਹਿੰਦੇ। ਪਰ ਨਹੀਂ ਸਾਧ ਸੰਗਤ, ਇੱਕ ਦ੍ਰਿੜਤਾ, ਇੱਕ ਵਿਸ਼ਵਾਸ ਉਸ ਅਕਾਲ ਪੁਰਖ 'ਤੇ ਔਰ ਆਪਣੇ ਬਚਨਾਂ ਦੇ ਉੱਪਰ ਵਿਸ਼ਵਾਸ ਕਿ ਮੇਰੇ ਫੈਸਲੇ ਸਹੀ ਨੇ ਜਾਂ ਗਲਤ, ਉਸ ਨੂੰ ਸਮਝ ਕੇ, ਉਸ ਨੂੰ ਵਿਚਾਰ ਕੇ ਆਪਣੇ ਫੈਸਲਿਆਂ ਦੇ ਉੱਪਰ ਖੜੇ ਰਹਿਣਾ। ਇਹ ਸਿੱਖੀ ਪਹਿਲਾਂ ਤਾਂ ਇਹ ਸਿੱਖੀਏ ਕਿ ਆਪਾਂ ਕੀ ਫੈਸਲਿਆਂ 'ਤੇ ਖੜੇ ਰਹਿਣਾ। ਫਿਰ ਇਹ ਸਿੱਖੀਏ ਕਿ ਸਹੀ ਗਲਤ ਉਹ 'ਚ ਕੱਢੀਏ, ਮਾੜਾ ਫੈਸਲਾ ਛੱਡ ਦਈਏ, ਨਵਾਂ ਸਹੀ ਫੈਸਲਾ ਆਪਾਂ ਚੁਣੀਏ। ਇਹੀ ਸਿੱਖੀ। ਸੋ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਵੀ ਜਾਓ ਜ਼ਰੂਰ, ਉਸ ਅਕਾਲ ਪੁਰਖ, ਉਸ ਬਾਣੀ ਦੀ ਗੱਲਾਂ ਕਰਦੇ ਜਾਓ। ਜੇਕਰ ਅਸੀਂ ਇਹ ਕਰਨ ਜਾਣਾ ਵਾ ਕਿ ਵੀ ਇੱਥੇ ਜਾਈਏ ਸਾਨੂੰ ਜਵਾਕ ਹੋ ਜੂ, ਸਾਡੇ ਮੁੰਡਾ ਹੋ ਜੂ, ਅਸੀਂ ਤਾਂ ਮੱਥਾ ਟੇਕਣ ਜਾ ਰਹੇ। ਹੁਣ ਇੱਕ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ, ਇੱਕ ਤਰਨਤਾਰਨ ਸਾਹਿਬ ਦੇ ਨੇੜੇ, ਉੱਥੇ ਵੀ ਇੱਕ ਇਸ ਤਰ੍ਹਾਂ ਦਾ ਪੁੱਠਾ ਜਿਹਾ ਇਤਿਹਾਸ ਬਣਾਇਆ ਹੋਇਆ ਵਾ ਕਿ ਵੀ ਉੱਥੇ ਜਾਓ ਮੱਥਾ ਟੇਕੋ। ਉੱਥੇ ਜਾ ਕੇ ਮੱਥਾ ਟੇਕਾਂਗੇ, ਪਰੌਂਠੇ ਚੜਾਵਾਂਗੇ, ਪਿਆਜ਼ ਚੜਾਵਾਂਗੇ ਤਾਂ ਸਾਡੇ ਸ਼ਾਇਦ ਜਵਾਕ ਹੋ ਸਕਦਾ ਉੱਥੋਂ ਫਲ ਲੈ ਕੇ ਆਈਏ। ਸਾਧ ਸੰਗਤ ਇਸ ਇਹ ਵਾਲੇ ਇਤਿਹਾਸ ਦੇ ਕੁਛ ਅੰਸ਼ ਦੇ ਵਿੱਚ, ਔਰ ਨੋਰਮਲ ਬਾਬੇ ਜਦੋਂ ਆਪਾਂ ਮਿਲਦੇ ਕਈਆਂ ਨੂੰ, ਦੇਹਧਾਰੀਆਂ ਨੂੰ, ਔਰ ਉਹ ਆਪਾਂ ਨੂੰ ਫਲ ਦਿੰਦੇ ਨੇ, ਕੇਲੇ ਦੇ ਦਿੰਦੇ ਨੇ, ਸੇਬ ਦੇ ਦਿੰਦੇ ਨੇ, ਖਾਓ ਤੁਹਾਡੇ ਜਵਾਕ ਹੋ ਜਾਊਗਾ। ਉਹਨਾਂ 'ਚ ਕੀ ਫਰਕ ਰਹੇਗਾ। ਅਸੀਂ ਬਾਬਾ ਬੁੱਢਾ ਜੀ ਦੇ ਨਾਲ ਇਹ ਵਾਲਾ ਮਾੜਾ ਇਤਿਹਾਸ ਜੋੜ ਕੇ, ਮਾੜੀ ਸਾਖੀ ਜੋੜ ਕੇ ਉਹਨਾਂ ਨੂੰ ਕਿੰਨਾ ਜ਼ਿਆਦਾ ਬਦਨਾਮ ਕਰ ਦਿੱਤਾ ਸੀ। ਬਾਬਾ ਬੁੱਢਾ ਸਾਹਿਬ ਜੀ ਦੀ ਕਿੰਨੀ ਵੱਡੀ ਮਹਾਨ ਸ਼ਖਸੀਅਤ ਸਨ ਅਤੇ ਅਸੀਂ ਉਹਨਾਂ ਦੀ ਕਿੰਨੀ ਵੱਡੀ ਬੇਇੱਜ਼ਤੀ ਕਰ ਰਹੇ ਉਹਨਾਂ ਨਾਲ ਇਹ ਸਾਖੀ ਜੋੜ ਕੇ ਕਿ ਉਹ ਜਵਾਕ ਵੰਡਦੇ ਫਿਰਦੇ ਨੇ। ਇੱਕ ਸੇਬ, ਇੱਕ ਕੇਲੇ ਦੇ ਪਿੱਛੇ ਜਵਾਕ ਵੰਡਦੇ ਫਿਰਦੇ ਨੇ। ਔਰ ਉਸ ਤੋਂ ਬਾਅਦ ਬਹਾਨਾ ਕੀ ਲਾਉਣਗੇ ਕਿ ਵੀ ਅਸੀਂ ਤਾਂ ਪਾਤਸ਼ਾਹ ਤੋਂ ਹੀ ਮੰਗਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੇਨਤੀ ਕਰਦੇ ਵੀ ਉਹਦੇ ਮਹੱਲੇ ਦੇ ਵਿੱਚ ਹੀ ਨੇ ਪਾਤਸ਼ਾਹ। ਹੁਣ ਤਾਂ ਗੁਰੂ ਘਰ ਗਲੀਆਂ 'ਚ ਬਣੇ ਹੋਏ ਨੇ। ਹੁਣ ਐਡੀ ਦੂਰ ਜਾ ਕੇ ਆਪਣਾ ਕਿਤੇ ਟਾਈਮ ਵੇਸਟ ਕਰਦੇ ਹੋ, ਮਨੀ ਵੇਸਟ ਕਰਦੇ ਹੋ। ਆਪਣੇ ਮਹੱਲੇ ਦੇ ਵਿੱਚ ਬੈਠ ਕੇ ਗੁਰੂ ਘਰ ਦੇ ਜਿਹੜਾ ਆਉਣ ਜਾਣ ਦੇ ਟਾਈਮ ਖਰਾਬ ਕਰਨਾ, ਉਹ ਪਾਤਸ਼ਾਹ ਦੇ ਕੋਲੇ ਬਹਿ ਕੇ ਉਹਨਾਂ ਨਾਲ ਗੱਲਾਂ ਮਾਰੋ, ਬਾਣੀ ਪੜ੍ਹੋ, ਵਿਚਾਰੋ। ਪਾਤਸ਼ਾਹ ਨੇ ਸਾਨੂੰ ਦ੍ਰਿੜਤਾ ਦੇਣੀ ਹੈ, ਵਿਸ਼ਵਾਸ ਦੇਣਾ, ਉਹ ਹੌਸਲਾ ਦੇਣਾ ਵਾ ਭਾਣੇ ਨੂੰ ਮੰਨਣ ਦਾ, ਨਾ ਕਿ ਸਾਨੂੰ ਜਵਾਕ ਜੰਮਣ ਨੂੰ ਕਹਿਣਾ ਕਿ ਆਹ ਮੈਂ ਤੁਹਾਨੂੰ ਜਵਾਕ ਦਿੱਤਾ, ਆਹ ਲੈ ਲਓ, ਉਹ ਲੈ ਲਓ, ਆਹ ਲੈ ਲਓ, ਆਹ ਲੈ ਲਓ। ਤੁਹਾਨੂੰ ਬਾਹਰ ਜਾਣਾ, ਮੈਂ ਤੁਹਾਨੂੰ ਵੀਜ਼ਾ ਦਿੱਤਾ। ਪਾਤਸ਼ਾਹ ਨੇ ਵੀਜ਼ਾ ਨਹੀਂ ਦੇਣਾ, ਵੀਜ਼ਾ ਅੰਬੈਸੀ ਵਾਲਿਆਂ ਨੇ ਦੇਣਾ। ਸਾਨੂੰ ਪਾਤਸ਼ਾਹ ਨੇ ਇਹ ਸਿਖਾਇਆ ਵਾ ਕਿ ਵੀ ਜੇ ਤੈਨੂੰ ਵੀਜ਼ਾ ਨਹੀਂ ਲੱਗਾ ਤਾਂ ਤੂੰ ਉਦੋਂ ਵੀ ਖੁਸ਼ ਰਹਿਣਾ, ਜੇ ਤੈਨੂੰ ਵੀਜ਼ਾ ਲੱਗਾ ਤਾਂ ਖੁਸ਼ ਹੈ ਹੀ, ਦੁਖੀ ਨਹੀਂ ਹੋਣਾ। ਜੇ ਤੇਰੇ ਜਵਾਕ ਹੁੰਦਾ ਤਾਂ ਬਹੁਤ ਖੁਸ਼ ਨਹੀਂ ਹੋਣਾ, ਅਤੇ ਜੇ ਤੇਰੇ ਨਹੀਂ ਹੁੰਦਾ ਤਾਂ ਤੂੰ ਦੁਖੀ ਵੀ ਨਹੀਂ ਹੋਣਾ। ਇਹ ਸਾਨੂੰ ਪਾਤਸ਼ਾਹ ਨੇ ਸਿਖਾਇਆ ਵਾ, ਨਾ ਕਿ ਜਵਾਕ ਦੇਣੇ। ਸੋ ਕੋਸ਼ਿਸ਼ ਕਰੀਏ ਆਪਾਂ ਕਿਤੇ ਜਾਣੇ, ਉੱਥੋਂ ਦਾ ਇਤਿਹਾਸ ਪੜ੍ਹੀਏ, ਸੁਣੀਏ, ਵਿਚਾਰੀਏ, ਔਰ ਇੱਥੇ ਦੇਖੀਏ ਕਿ ਵੀ ਕੁਛ ਗਲਤ ਤਾਂ ਨਹੀਂ ਕਰ ਰਹੇ। ਕਿ ਪੁਜਾਰੀ ਤਬਕਾ ਹਰ ਇੱਕ ਕੌਮ ਦੇ ਵਿੱਚ ਮਾੜਾ, ਸਮੇਂ ਦੇ ਹਿਸਾਬ ਨਾਲ ਜ਼ਿਆਦਾ ਸਮਾਂ ਪੈ ਜੇ ਧਰਮ ਦੇ ਵਿੱਚ ਤਾਂ ਮਾੜੇ ਲੋਕ ਵਿੱਚ ਆ ਹੀ ਜਾਂਦੇ ਨੇ। ਪਰ ਆਪਾਂ ਹੀ ਕੋਸ਼ਿਸ਼ ਕਰਨੀ ਹੈ ਕਿ ਵੀ ਆਪਾਂ ਧਰਮ ਸਥਾਨਾਂ 'ਤੇ ਜਾਣਾ ਦੋ ਕਾਰਨਾਂ ਕਰਕੇ। ਇੱਕ ਤਾਂ ਸਾਡੇ ਬੱਚੇ ਇਤਿਹਾਸ ਨਾਲ ਜੁੜੇ ਰਹਿਣ, ਇਤਿਹਾਸ ਦੇ ਨਿਸ਼ਾਨੀਆਂ ਨੇ ਜਿਹੜੇ ਗੁਰੂ ਘਰ ਨੇ। ਦੂਸਰਾ ਕਿ ਸਾਡੇ ਇਤਿਹਾਸਿਕ ਸਥਾਨਾਂ ਨੂੰ ਕੋਈ ਤੋੜੇ ਨਾ, ਕੋਈ ਬਦਲ ਨਾ ਦੇਵੇ। ਹੋਰ ਧਰਮ ਦੇ ਲੋਕੀ ਆ ਕੇ ਸ਼ੇਪ ਨਾ ਬਦਲਦੇ ਨੇ, ਇਮਾਰਤਾਂ ਦੀ ਸ਼ੇਪਸ ਨਾ ਬਦਲਦੇ ਨੇ। ਆਪਣੇ ਹੀ ਜਿਵੇਂ ਪਹਿਲਾਂ ਮਸੰਦਾਂ ਨੇ
ਮੂਰਤੀਆਂ ਖੜੀਆਂ ਕਰਤੀਆਂ ਸੀਗੇ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ, ਪੂਜਾ ਕਰਨ ਲੱਗ ਪਏ ਸੀ। ਉਹ ਚੀਜ਼ਾਂ ਨੂੰ ਰੋਕਣ ਲਈ, ਤਾਂ ਕਿ ਆਪਾਂ ਬਾਰ-ਬਾਰ ਜਾਂਦੇ, ਕਦੇ ਕੋਈ ਜਾਂਦਾ ਕਦੇ ਕੋਈ ਜਾਂਦਾ, ਤਾਂ ਜਾਂਦੇ ਹਾਂ ਤਾਂ ਕਿ ਉਹ ਚੀਜ਼ ਨਾ ਅੱਗੇ ਜਾ ਕੇ ਹੋਵੇ, ਸਾਡੀਆਂ ਅੱਖਾਂ ਖੁੱਲ੍ਹੀਆਂ ਰਹਿਣ। ਪਰ ਅਸੀਂ ਕੀ ਕਰਦੇ, ਉੱਥੇ ਸ਼ਰਧਾਲੂ ਹੋ ਕੇ ਅੱਖਾਂ ਬੰਦ ਕਰ ਲੈਂਦੇ। ਔਰ ਸ਼ਰਧਾਲੂ ਦਾ ਮਤਲਬ ਹੁੰਦਾ ਵਾ ਸ਼ਰਧਾ ਰੱਖਣ ਵਾਲਾ ਉੱਲੂ, ਜਿਹਨੂੰ ਚਾਨਣੇ ਤੋਂ ਡਰ ਲੱਗਦਾ ਵਾ ਔਰ ਹਨੇਰੇ ਦੇ ਵਿੱਚ ਅੱਖਾਂ ਖੋਲ੍ਹੀਆਂ ਹੁੰਦੀਆਂ। ਇਹੋ ਜਿਹੇ ਸ਼ਰਧਾਲੂ ਨਹੀਂ, ਅਸੀਂ ਮਹਾਰਾਜ ਦੇ ਸੇਵਕ ਹਾਂ। ਸ਼ਰਧਾਲੂ ਨਹੀਂ, ਸ਼ਰਧਾ ਰੱਖਣ ਵਾਲੇ ਉੱਲੂ ਨਹੀਂ ਅਸੀਂ ਹੈਗੇ, ਅਸੀਂ ਉਸ ਦੇ ਸੇਵਕ ਹਾਂ। ਸਾਨੂੰ ਮਹਾਰਾਜ ਨੇ ਵਿਵੇਕ ਬੁੱਧ ਬਖਸ਼ੀ ਹੋਈ ਹੈ, ਭਾਵ ਕਿ ਹਰ ਇੱਕ ਥਾਂ 'ਤੇ ਤੂੰ ਸੋਚ ਕਿ ਇਹ ਕਿਉਂ ਹੋ ਰਿਹਾ। ਸੋ ਕੋਸ਼ਿਸ਼ ਕਰੀਏ ਕਿ ਜਿਹੜੇ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਜਾਂਦੇ ਆ ਗੁਰੂ ਸਥਾਨਾਂ 'ਤੇ, ਧਾਰਮਿਕ ਸਥਾਨਾਂ 'ਤੇ ਸਿਰਫ ਟਾਈਮ ਵੇਸਟ ਕਰਨ ਲਈ, ਸਿਰਫ ਘੁੰਮਣ ਫਿਰਨ ਲਈ, ਪਾਤਸ਼ਾਹ ਉਹਨਾਂ ਦੀ ਗੱਲ ਕਰਦੇ ਨੇ ਕਿ ਉਹ ਕਰਦੇ ਕੀ ਰਹੇ, ਆ ਕੇ ਫਿਰ ਦੱਸਦੇ ਕਿ ਅਸੀਂ ਉੱਥੇ ਹੋ ਕੇ ਆਏ ਸੀ, ਤਾਂ ਜੀ ਸਾਡੀ ਹਾਲੇ ਤੱਕ ਨੀਂਦ ਨਹੀਂ ਪੂਰੀ, ਥੋੜ੍ਹੇ ਥੱਕੇ ਜਿਹੇ ਹੋਏ ਆ। ਕਿਸੇ ਨਾ ਕਿਸੇ ਬਹਾਨੇ ਸਾਨੂੰ ਦੱਸਦੇ ਰਹਿੰਦੇ ਫਿਰ ਆ ਕੇ ਕਿ ਅਸੀਂ ਜਾ ਕੇ ਆਏ ਸੀ। ਫਿਰ ਸਾਡੇ 'ਤੇ ਕਿਹੜਾ ਅਹਿਸਾਨ ਕਰਤਾ ਕਿਸੇ ਨੇ ਜਾ ਕੇ। ਜਗ੍ਹਾ 'ਤੇ ਜਾ ਕੇ ਮਹਾਨ ਨਹੀਂ, ਉਸ ਜਗ੍ਹਾ 'ਤੇ ਉਹ ਜਗ੍ਹਾ ਕਿਉਂ ਮਹਾਨ ਹੈ, ਉਹ ਕਾਰਨ ਨੂੰ ਲੱਭੀ। ਉਹ ਜਗ੍ਹਾ ਤਾਂ ਮਹਾਨ ਹੈ ਕਿਉਂਕਿ ਉੱਥੇ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਗੁਰੂ ਪਾਤਸ਼ਾਹਾਂ ਦਾ ਗਿਆਨ ਆ। ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦਾ ਸਰੂਪ, ਜਿਨ੍ਹਾਂ ਦੀ ਕਾਪੀਜ਼ ਜਗ੍ਹਾ ਜਗ੍ਹਾ 'ਤੇ ਪਈਆਂ ਨੇ, ਹੁਣ ਅਸੀਂ ਉਹਨਾਂ ਦੇ ਨਾਲ ਜੁੜੀਏ, ਜਗ੍ਹਾ ਦੇ ਨਾਲ। ਔਰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਪਾਤਸ਼ਾਹ ਨੂੰ ਪਿਆਰ ਕਰਦੇ ਹਾਂ, ਪਰ ਨਹੀਂ, ਅਸੀਂ ਪਾਤਸ਼ਾਹ ਨੂੰ ਨਹੀਂ, ਅਸੀਂ ਫਿਰ ਵੀ ਕਿਤੇ ਨਾ ਕਿਤੇ ਇਨਡਾਇਰੈਕਟ ਵੇ ਦੇ ਵਿੱਚ ਜਗ੍ਹਾ ਨੂੰ ਪਿਆਰ ਕਰਦੇ। ਕਿਉਂ ਸਾਨੂੰ ਇੱਕ ਚੀਜ਼ ਮੰਗਣ ਲਈ ਦੂਜੇ ਗੁਰਦੁਆਰਾ ਸਾਹਿਬ 150-300 ਕਿਲੋਮੀਟਰ, ਅਨੰਦਪੁਰ ਸਾਹਿਬ 2500 ਕਿਲੋਮੀਟਰ, 3000 ਕਿਲੋਮੀਟਰ ਕਿਉਂ ਜਾਣਾ ਪੈਂਦਾ ਵਾ ਨੰਦੇੜ? ਕਿਉਂਕਿ ਸਾਡੇ ਮਾਈਂਡ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਿਠਾ ਦਿੱਤੀਆਂ ਹੋਈਆਂ ਨੇ, ਤਾਂ ਜਿਹਦੇ ਨਾਲ ਕਿ ਉੱਥੇ ਇਨਕਮ ਦਾ ਸੋਰਸ ਬਣੇ। ਅਸੀਂ ਜਾਵਾਂਗੇ ਨਹੀਂ, ਉਹਨਾਂ ਨੂੰ ਇਨਕਮ ਕਿੱਥੋਂ ਹੋਊਗੀ? ਸਭ ਨੂੰ ਪਤਾ ਵਾ, ਪਰ ਕੋਈ ਬੋਲ ਕੇ ਨਹੀਂ ਰਾਜੀ ਕਿ ਵੀ ਜਿੰਨੇ ਵੀ ਵੱਧ ਤੋਂ ਵੱਧ ਧਾਰਮਿਕ ਸਥਾਨ ਨੇ 90 to 95% ਬਿਜ਼ਨਸ ਦੇ ਤੌਰ 'ਤੇ ਹੀ ਚੱਲ ਰਹੇ। ਜੇ ਅਗਰ ਬਿਜ਼ਨਸ ਨਹੀਂ ਆ ਤਾਂ ਪਰਿਕਰਮਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖ ਕੇ ਅਖੰਡ ਪਾਠ ਕਿਉਂ ਚਲਾਏ ਜਾ ਰਹੇ ਨੇ? ਇੱਕ ਸਰੂਪ ਨੂੰ ਆਪਾਂ ਮੱਥਾ ਟੇਕਣਾ, ਉਹਦੇ 100 ਸਰੂਪ ਇੱਕ ਗੁਰੂ ਘਰ 'ਚ ਕਰਦੇ ਕੀ? ਕਿਉਂ ਪ੍ਰਕਾਸ਼ ਕਰਕੇ ਅਖੰਡ ਪਾਠ ਰਖਾ ਕੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ? ਕੋਈ ਬਿਜ਼ਨਸ ਹੈ। ਜਿਵੇਂ ਅੱਗੇ ਬ੍ਰਾਹਮਣ ਨੇ ਬਿਜ਼ਨਸ ਚਲਾਇਆ ਸੀ, ਸਾਡੇ ਬਾਬਿਆਂ ਨੇ ਵੀ ਬਿਜ਼ਨਸ ਚਲਾਇਆ, ਹੋਰ ਕੋਈ ਵੱਡੀ ਗੱਲ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਸਾਡਾ ਵਿਚਾਰਨਾ ਜ਼ਰੂਰੀ ਹੈ। ਗੁਰਬਾਣੀ ਕਹਿੰਦੀ ਕੀ ਹੈ, ਉਸ ਚੀਜ਼ ਨੂੰ ਸਮਝੀਏ, ਨਾ ਕਿ ਆਪਣੀ ਮਨਮਤੀ ਮਾਰੀ ਜਾਈਏ। ਸਾਡੇ ਵਰਗੇ ਬਾਬੇ ਆ ਕੇ ਢਿੱਡਲ ਜੇ ਸਾਖੀਆਂ ਸੁਣਾ ਜਾਂਦੇ ਨੇ ਕਿ ਪਾਤਸ਼ਾਹ ਨੇ ਇਹ ਕਰਤਾ, ਪਾਤਸ਼ਾਹ ਨੇ ਉਹ ਕਰਤਾ, ਆਖੋ ਸਤਨਾਮ, ਸੰਗਤ ਵੀ ਗਾਉਂਦੀ ਵਾਹਿਗੁਰੂ। ਕੁਛ ਸੋਚਣਾ ਹੀ ਨਹੀਂ ਕਿ ਅਗਲਾ ਕਥਾਵਾਚਕ ਸੁਣਾ ਕੀ ਰਿਹਾ। ਝੂਠ ਤਾਂ ਨਹੀਂ ਬੋਲੀ ਜਾਂਦਾ ਅਗਲਾ, ਨਹੀਂ ਸੋਚਣਾ। ਇਹ ਚੀਜ਼ ਨੂੰ ਸੋਚਣਾ ਹੀ ਸਿੱਖ ਦਾ ਕੰਮ ਆ, ਕਿਉਂਕਿ ਪਾਤਸ਼ਾਹ ਨੇ ਸਾਡੀ ਸਿੱਖੀ ਹੀ ਕਿਉਂ ਤੋਂ ਸ਼ੁਰੂ ਕੀਤੀ ਆ। ਲੋਕੀ ਕਹਿੰਦੇ ਕਿਉਂ ਨਾਲ ਲੜਾਈ ਪੈਂਦੀ ਹੈ, ਕਿਉਂ ਨਾਲ ਲੜਾਈ ਨਹੀਂ, ਕਿਉਂ ਨਾਲ ਕਈ ਮੁਸ਼ਕਿਲਾਂ ਦੇ ਹੱਲ ਨਿਕਲ ਆਉਂਦੇ, ਕਈ ਫਸੇ ਹੋਏ ਕੰਢੇ ਨਿਕਲ ਜਾਂਦੇ ਨੇ ਕਿਉਂ ਦੇ ਨਾਲ। ਕਿਉਂ ਦੇ ਨਾਲ ਹੀ ਜਿਹੜਾ ਬੱਚਾ ਨਰਸਰੀ 'ਚ ਹੁੰਦਾ ਵਾ ਸਾਇੰਟਿਸਟ ਬਣ ਜਾਂਦਾ ਵਾ, ਉਹ ਕਿਉਂ ਦੇ ਕਰਕੇ ਹੀ ਬਣਿਆ ਵਾ। ਗ੍ਰੈਵਿਟੀ, ਸੇਬ ਕਿਉਂ ਥੱਲੇ ਗਿਰੇ, ਇਹਦਾ ਕੀ ਕਾਰਨ ਹੈ? ਕਿਉਂ ਨਹੀਂ ਹੀ ਗ੍ਰੈਵਿਟੀ ਦੀ ਕਾਢ ਕੱਢੀ, ਕਿਉਂ ਨਹੀਂ ਬਿਜਲੀ ਦੀ ਕਾਢ ਕੱਢੀ? ਕਿਉਂ ਤੋਂ ਬਿਨਾਂ ਸੰਸਾਰ ਚੱਲ ਹੀ ਨਹੀਂ ਸਕਦਾ। ਸੋ ਰਹੋ ਵਿਚਾਰ, ਆਪਾਂ ਵਿਚਾਰ ਵੱਲ ਧਿਆਨ ਦਈਏ ਕਿ ਪਾਤਸ਼ਾਹ ਨੇ ਬੀਬੀ ਭਾਨੀ ਜੀ ਨੂੰ ਸਾਰਾ ਕੁਝ ਸਮਝਾਇਆ। ਕਿ ਕਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ, ਕਿਵੇਂ 8ਵੇਂ ਪਾਤਸ਼ਾਹ ਆਪਣਾ ਸਰੀਰ ਤਿਆਗਦੇ ਨੇ, ਕਿਵੇਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਕਿਵੇਂ ਸਿੱਖਾਂ ਦੀ ਸ਼ਹੀਦੀ ਹੁੰਦੀ ਹੈ, ਕਿਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹੀਦੀ ਹੁੰਦੀ। ਸਾਰਾ ਪਰਿਵਾਰ ਖੇਰੂ ਖੇਰੂ ਹੁੰਦਾ। ਗੁਰੂ ਅਮਰਦਾਸ ਜੀ ਮਹਾਰਾਜ ਬੀਬੀ ਭਾਨੀ ਨੂੰ ਸਾਰੀ ਗੱਲ ਸਮਝਾਇਆ।
ਕਿਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮੈਦਾਨੇ ਜੰਗ ਦੇ ਵਿੱਚ ਹੋਈ, ਕਿਵੇਂ ਛੋਟੇ ਸਾਹਿਬਜ਼ਾਦਿਆਂ ਦਾ ਜੀਵਨ, ਉਹਨਾਂ ਦੀ ਸ਼ਹੀਦੀ, ਉਹਨਾਂ ਦੇ ਬਾਰੇ ਸਾਰਾ ਕੁਝ ਸਮਝਾਉਂਦੇ ਨੇ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਹੋ ਸਕਦਾ। ਅਸੀਂ ਤਾਂ ਉਹ ਇਤਿਹਾਸ ਨੂੰ ਛੇੜ ਲੈਂਦੇ, ਉਸ ਇਤਿਹਾਸ ਦੇ ਨਾਲ ਗੱਲ ਕਰ ਲੈਂਦੇ, ਪਰ ਪਾਤਸ਼ਾਹ ਨੇ ਉਹ ਚਾਂਸਿਸ ਦੱਸੇ ਕਿ ਇਹ ਕੁਝ ਹੋ ਸਕਦਾ ਵਾ ਕਿ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੁਗਲ ਕਿਵੇਂ ਦੀਆਂ ਸਜ਼ਾਵਾਂ ਦਿੰਦੇ ਨੇ। ਉਹਨਾਂ ਨੂੰ ਪਤਾ ਸੀ ਮੁਗਲ ਕੀ ਤੱਤੀ ਤਵੀ 'ਤੇ ਬਿਠਾਉਂਦੇ ਨੇ, ਕਿ ਮਾਸ ਛੇਲ ਦਿੰਦੇ ਨੇ, ਆਰੇ ਨਾਲ ਚੀਰ ਦਿੰਦੇ ਨੇ। ਇਹ ਆਮ ਹੀ ਸਜ਼ਾਵਾਂ ਹੁੰਦੀਆਂ ਸੀ ਉਸ ਸਮੇਂ ਦੇ ਵਿੱਚ। ਪਰ ਇਹ ਮਹਾਨ ਕਦੋਂ ਬਣੀਆਂ? ਜਦੋਂ ਪਾਤਸ਼ਾਹ ਨਾਲ ਜੁੜੀਆਂ। ਔਰ ਪਾਤਸ਼ਾਹ ਨਾਲ ਜੁੜ ਕੇ ਕਿਉਂ ਮਹਾਨ ਹੋਈਆਂ? ਕਿਉਂਕਿ ਪਾਤਸ਼ਾਹ ਨੇ ਆਪਣੇ ਲਈ ਨਹੀਂ ਸ਼ਹੀਦੀਆਂ ਪਾਈਆਂ, ਆਪਣੇ ਪਰਿਵਾਰ ਲਈ ਨਹੀਂ ਪਾਈਆਂ, ਉਹਨਾਂ ਨੇ ਸਾਡੇ ਲਈ, ਉਸ ਇਨਸਾਨੀਅਤ ਲਈ, ਹਿਊਮੈਨਿਟੀ ਲਈ ਸ਼ਹੀਦੀਆਂ ਪਾਈਆਂ ਸੀ। ਐਵਰੀਬਡੀ ਹੈਵ ਟੂ ਲਿਵ, ਐਵਰੀਬਡੀ ਹੈਵ ਰਾਈਟਸ ਟੂ ਲਿਵ ਦੇਅਰ ਲਾਈਫ। ਸਭ ਨੂੰ ਹੱਕ ਹੈ ਆਪਣੇ ਤਰੀਕੇ ਨਾਲ ਆਪਣੀ ਜ਼ਿੰਦਗੀ ਜਿਉਣ ਦਾ। ਕਿਸੇ ਦੇ ਉੱਪਰ ਕੋਈ ਥੋਪ ਨਹੀਂ ਸਕਦਾ ਆਪਣੇ ਹੁਕਮ। ਕੁਝ ਗੱਲਾਂ ਥੋਪੀਆਂ ਜਾਂਦੀਆਂ ਸਨ ਸਰਕਾਰ ਵੱਲੋਂ, ਇਸ ਕਰਕੇ ਉਸ ਇਨਸਾਨੀਅਤ ਨੂੰ ਬਚਾਉਣ ਲਈ ਪਾਤਸ਼ਾਹ ਨੇ ਸ਼ਹੀਦੀਆਂ ਪਾਈਆਂ। ਸਰੋਹ ਵਿਚਾਰ ਸਾਧ ਸੰਗਤ ਜੇ ਮਾਤਾ ਜੀ ਦੇ ਦਿਲ ਦੇ ਵਿੱਚ, ਬੀਬੀ ਦੇ ਦਿਲ ਦੇ ਵਿੱਚ ਰੰਚਕ ਮਾਤਰ ਵੀ ਸੈਲਫਿਸ਼ਨੈਸ ਹੁੰਦੀ ਤਾਂ ਉਹਨਾਂ ਨੂੰ ਉਹ ਵਡਿਆਈ ਨਹੀਂ ਸੀ ਮਿਲਣੀ। ਤਾਂ ਉਹਨਾਂ ਨੇ ਕਹਿ ਦੇਣਾ ਸੀ ਕਿ ਮੈਨੂੰ ਨਹੀਂ ਜ਼ਰੂਰਤ ਇਹੋ ਜਿਹੇ ਵੱਡਪਨ ਦੀ। ਕੌਣ ਸੰਸਾਰ ਵਾਸਤੇ ਇੰਨੀਆਂ ਕੁਰਬਾਨੀਆਂ ਕਰੂਗਾ? ਕੌਣ ਦੁਨੀਆ ਦੇ ਕਸ਼ਟ ਖਤਮ ਕਰਨ ਵਾਸਤੇ ਆਪ ਕਸ਼ਟ ਝੱਲੂਗਾ? ਜਿਹਨੂੰ ਮਰਜ਼ੀ ਦੇ ਦੇਵੇ ਵਡਿਆਈ, ਜਿਹਨੂੰ ਮਰਜ਼ੀ ਬਖਸ਼ ਦੇ ਗੁਰਤਾ ਗੱਦੀ। ਤੇ ਸਾਧ ਸੰਗਤ ਐਸਾ ਨਹੀਂ ਬੀਬੀ ਭਾਨੀ ਜੀ ਨੇ ਕਿ ਮਨਾ ਕਰਤਾ ਗੁਰਗੱਦੀ ਤੋਂ, ਨਹੀਂ। ਉਹ ਕਹਿੰਦੇ ਕਿ ਸਾਰੇ ਦੁਨੀਆ ਦੇ ਦੁੱਖ ਮੇਰੀ ਝੋਲੀ 'ਚ ਪਾ ਦੇ, ਮੇਰੇ ਸਾਰੇ ਪੁੱਤ ਪੋਤਰੇ ਦੁਨੀਆ ਦੇ ਕਸ਼ਟ ਆਪਣੇ ਉੱਪਰ ਲੈਣਗੇ ਜੇ ਆਉਣ ਦੇ ਸਮੇਂ ਦੇ ਵਿੱਚ ਲੈਣੇ ਪਏ ਤਾਂ। ਇਹ ਅਜਰ ਵਸਤੂ ਕੌਣ ਸਾਂਭੇਗਾ? ਕੌਣ ਕਰੇਗਾ ਇੰਨੀਆਂ ਕੁਰਬਾਨੀਆਂ? ਕੌਣ ਸਹਾਰੇਗਾ ਇਤਨੇ ਕਸ਼ਟ? ਤੇ ਸਾਧ ਸੰਗਤ ਪਤਾ ਹੋਣ ਦੇ ਬਾਵਜੂਦ ਵੀ ਬੀਬੀ ਭਾਨੀ ਜੀ ਨੇ ਆਪਣੇ ਗੁਰੂ ਪਿਤਾ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ, ਪਿਤਾ ਜੀਓ, ਅੱਗੇ ਮੇਰੇ ਖਾਨਦਾਨ, ਮੇਰੇ ਸੰਤਾਨ, ਪੁੱਤਰ ਪੋਤਰਿਆਂ ਨੂੰ ਐਸੀ ਕੁਰਬਾਨੀ ਕਰਨ ਦਾ, ਐਸੇ ਉਪਕਾਰ ਕਰਨ ਦਾ ਇਹ ਬਲ ਬਖਸ਼ੋ, ਸਮਰੱਥਾ ਬਖਸ਼ੋ। ਤੇ ਸਾਧ ਸੰਗਤ ਬੇਨਤੀ ਕਰਨ ਤੋਂ ਭਾਵ ਕਿ ਸੰਗਤ ਨੂੰ ਇਹ ਗੱਲ ਵਿਦਿਤ ਹੋ ਗਈ ਹੈ ਕਿ ਅੱਗੋਂ ਵਾਸਤੇ ਘਰ ਦੀ ਘਰ ਵਿੱਚ ਹੀ ਰਹੇਗੀ। ਬੀਬੀ ਭਾਨੀ ਜੀ ਨੇ ਧੰਨ ਗੁਰੂ ਅਮਰਦਾਸ ਜੀ ਪਾਸੋਂ ਲੈ ਲਿਆ, ਜਾਂ ਨਾ ਦੇਸੋਂ ਸੋਢਿਓ ਹੋਰਸ ਅਜਰ ਨਾ ਜਰਿਆ ਜਾਵੇ, ਕਰ ਹੀ ਕੀ ਵੱਥ ਕਰੇ ਰਹਾਓ। ਉਧਰ ਪੰਚ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਉਸ ਬੀਬੀ ਭਾਨੀ ਜੀ ਦੇ ਪਵਿੱਤਰ ਕੁੱਖੋਂ ਹੋਇਆ। ਦੋ ਸਾਹਿਬਜ਼ਾਦੇ ਪਹਿਲਾਂ ਹੀ ਜਿਨ੍ਹਾਂ ਦਾ ਜਨਮ ਹੋਇਆ, ਆਪਣੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਆਪ ਨੂੰ ਉਹਨਾਂ ਦੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਦੇ ਇਤਿਹਾਸ ਨਾਲ ਸੰਬੰਧਿਤ ਉਹਨਾਂ ਦੀ ਬਾਲ ਲੀਲਾ ਦੇ ਕਈ ਕੌਤਕ ਉਹਨਾਂ ਦਾ ਜ਼ਿਕਰ ਹੁੰਦਾ ਹੈ, ਜਿਹੜੇ ਸਿੱਖ ਇਤਿਹਾਸ ਦੇ ਪੁਰਾਤਨ ਸਰੋਤ ਨੇ। ਉਹਨਾਂ ਦੇ ਵਿੱਚ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵੀ ਜ਼ਿਕਰ ਕਿਤੇ ਨਾ ਕਿਤੇ ਆਉਂਦਾ ਹੈ ਕਿ ਇੱਕ ਵਾਰ ਬੀਬੀ ਭਾਨੀ ਜੀ ਦੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ, ਬਚਪਨ ਦੀ ਅਵਸਥਾ ਹੈ, ਹਲੇ ਪੈਰਾਂ ਭਾਰ ਚੱਲ ਵੀ ਨਹੀਂ ਸਕਦੇ, ਗੋਡਿਆਂ ਭਾਰ ਚੱਲ ਹੀ ਰਹੇ ਨੇ। ਰਿੜਦੇ ਰਿੜਦੇ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਿੰਘਾਸਨ ਦੇ ਪਾਸ ਚਲੇ। ਬੱਚਿਆਂ ਦੀ ਇੱਕ ਆਮ ਆਦਤ ਵੇਖਣ ਦੇ ਵਿੱਚ ਆਉਂਦੀ ਹੈ ਕਿ ਬੱਚੇ ਹਮੇਸ਼ਾ ਕਿਸੇ ਉੱਚੀ ਥਾਂ 'ਤੇ ਹੀ ਜਾਣ ਦੀ ਕੋਸ਼ਿਸ਼ ਕਰਦੇ, ਉਹ ਭਾਵੇਂ ਨਾ ਚੜ੍ਹ ਸਕਣ ਪਰ ਯਤਨ ਜ਼ਰੂਰ ਕਰਦੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਨਾਨਾ ਜੀ ਕੋਲੇ ਪਹੁੰਚ ਗਏ ਨੇ, ਸਹਾਰੇ ਨਾਲ ਖੜੇ ਹੋ ਗਏ ਨੇ, ਇੱਕ ਲੱਤ ਉਠਾਉਂਦੇ ਨੇ ਸਤਿਗੁਰੂ ਜੀ ਦੇ ਪਲੰਗੇ ਦੇ ਉੱਪਰ ਚੜ੍ਹਨ ਵਾਸਤੇ।
पर इन्नी पैरों के परपक्ता नहीं, क्योंकि आसन उच्चा है, जतन करते हैं बैठन की, उपर चढ़न की, फिर गिर जाते हैं, दोबारा फिर जतन करते हैं, फिर गिर जाते हैं, फिर जतन करते हैं गुरु महाराज जी के संघासन के उपर चढ़ने वास्ते, फिर कामयाबी नहीं मिलती। धन गुरु अमरदास जी महाराज अपने दोतरे वाल देख के मन ही मन मुस्कुराई जा रहे हैं। फिर कई बार दोतरे ने इस तरह का जतन किया, फिर साहिब गुरु अमरदास जी महाराज उन्होंने मुखातब होकर कहन लगे, गुरदेव कर बात बखाने। भाई संतोख सिंह जी इस साखी का जतन कर रहे हैं कि ये देख के धन गुरु अमरदास जी महाराज जी ने बचन किया अपनी पवित्र रसना विचों, अभी ते गादी ललचाने, कि हुणे ही गद्दी के उपर बैठन का ललचारिया वड्डे मजाक कर ही लेंदे ने बच्चों को। ये दात तो तेनों तेरे पिता के पासों प्राप्त होगी, अपने पिता पास ते लीजे। ये सिंघासन, ये गुरता गद्दी, ये साडे कोलों नहीं, तेन अपने पिता पासों प्राप्त होगी। अपने पिता पास ते लीजे, तब लग धीरज धार तरीजै, उन्नी देर तक धीरज धार के रख। ते साध संगत ये बिलास के बचन हो रहे हैं धन गुरु अमरदास जी महाराज जी दे अपने दोतरे ना, जिन्हां दी अवस्था किन्नी क है, अजे पैरां पार चल भी नहीं सकते, हले रोड़ ही रहे ने। ते साध संगत उत्थे तो कोई ललचाउण वाली गल नहीं ना, वो तो एक सुभावक ही धन गुरु अमरदास जी महाराज उन्होंने बिलास के बचन किए ने कि हुणे तो तावला हो रहे, अभी तो गादी ललचाने। बीबी भानी जी ने जो ये गल सुनी, दौड़ के आए कि मेरे साहिबजादे की उम्र बहुत छोटी, कि ऐसा ना होवे कि गुरु पिता के संघासन पास जाके कोई बेअदबी कर दें। दौड़ के गए अपने साहिबजादे को पकड़न वास्ते, पर गुरु अर्जन देव साहब जी ने साहिब गुरु अमरदास जी महाराज पासों वो बचन सुन के उन्होंने वाल फिर चढ़न की कोशिश कर रहे हैं। उन्होंने पावा फड़ लिया, चीख चहाड़ा पा रहे हैं। बच्चे अक्सर ही रोन लग पैंदे ने जो उन्होंने तो आपका काम ना पूरा होंदा, अपनी जिद ना पूरी होंदी है। माता जी रोक रहे ने, पर पातशाह कहते न ले जाओ, रहन दे खरे हो, जुग करते गुर गैबो करे हो, ऊपर को उठाए कर, तोल्यो गर्भ लख गुरमुख ते बोलियो, परी गुर जग में विदत है, बाणी को बहुत वध भवे है। पातशाह ने उन्होंने बावां तो चक लिया, डोलियां तो फड़ के बावां तो चक लिया, जिवें आप बच्चे नूं चकदे थल्लों दी चक के अपने दोतरे नूं अपने गोदी दे विच बिठा लिया। उहदे नाल बड़े प्यार नाल गल करन लग पे, क्योंकि अक्सर ही नाने नानी का जां दादे दादियों का ज़्यादा प्यार हुंदा अपने दोते पोते नाल, कि इस संसार ते भारी गुरु होके प्रगट होगा, क्योंकि सेहत भारी सी। पातशाह नूं यकीन सी कि आउंदे समय दे विच ये बहुत वधिया रिजल्ट लिआउण, नाल बाणी दा बोहिथा, दोहिता बाणी का बोहिथा, ये वरदान धन गुरु अमरदास जी महाराज जी ने अपने दोतरे नूं उदों ही दे दिता है, जदों शरीर करके अवस्था बहुत छोटी है। तो साध संगत दरअसल देखा जाए ना, जिहड़ियां ऐसियां रूहां वो तो मानो कि अकाल पुरख वाहिगुरू ने आप ही भेजियां होण, जिवें वो आम संसारियों नालों थोड़े जिहा बहुत फर्क हुंदे ने। भगतां ते संसारियां जोड़ कदे ना आया, क्योंकि उन्हें सोचनी बहुत अलग हुंदी। कोई तप नहीं देखा, सेवा नहीं देखी, कोई घालना नहीं देखी, हले बचपन की अवस्था है। पर साहिब गुरु अमरदास जी महाराज जी जानते हैं कि ये हस्ती कौन ने, जिन्होंने बचपन तो ही बोध है।
ਜਿਨ੍ਹਾਂ ਨੂੰ ਬਚਪਨ ਤੋਂ ਹੀ ਗਿਆਨ ਹੈ ਤੇ ਜਨਮਤ ਗੁਰਮਤ ਬ੍ਰਹਮ ਪਛਾਣ ਹੈ। ਸਾਧ ਸੰਗਤ ਉਹਨਾਂ ਦੇ ਚਾਲ ਚੱਕਰ ਚਿਹਨ ਆਮ ਸੰਸਾਰੀਆਂ ਤੋਂ ਥੋੜੇ ਫਰਕ ਹੁੰਦੇ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ। 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 ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ। ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ। ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ। ਓ ਭਗਤਾਂ ਤੇ ਸੰਸਾਰੀਆਂ, ਭਗਤਾਂ ਤੇ ਸੰਸਾਰੀਆਂ। ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ। ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ। ਜੋੜ ਕਦੇ ਨਾ ਆਇਆ, ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ। ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣ। ਬਿਖੜਾ ਮਾਰਗ ਹੁੰਦਾ ਹੈ ਜਿਹੜੇ ਗੁਰੂ ਦੇ ਮਾਰਗ ਤੇ ਚੱਲਦੇ ਨੇ। ਖੰਡੇ ਦੀ ਧਾਰ ਦੇ ਉੱਪਰ ਤੁਰਨ ਵਾਲੀ ਗੱਲ ਹੁੰਦੀ ਹੈ। ਕੌਣ ਤੁਰੇਗਾ ਖੰਡੇ ਦੀ ਧਾਰ? ਕੌਣ ਕਰੇਗਾ ਲੋਭ ਲਾਲਚ ਦਾ ਤਿਆਗ? ਕੌਣ ਰੱਖੇਗਾ ਜੀਵਨ ਦੇ ਵਿੱਚ ਸੰਜਮ? ਲੱਭ ਲੋਭ ਅਹੰਕਾਰ ਤੈ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਖੰਨੇ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਨ ਗੁਰ ਪ੍ਰਸਾਦੀ। ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ। ਖੈਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ
ਉਹਨਾਂ ਨੇ ਆਪ ਦੀ ਪਹਿਚਾਨ ਕਰ ਲਈ। ਬਚਪਨ ਦੇ ਵਿੱਚ ਹੀ ਵਰਦਾਨ ਦੇ ਦਿੱਤਾ, ਦੁਹਿਤਾ बाणी का बोहि था, पारी गुर जग में विद तय है, बाणी को बोध बड़ हवै है। समा गुजरता चला गया, साध संगत ਉਹ ਸਮਾਂ ਵੀ ਆ ਗਿਆ ਜਦੋਂ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਹੁਣ ਉਹਨਾਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਰਖ ਕਰਨੀ। बीबी भानी जी ने वरदान ले लिया, जान न दे सोडियों होरस अजर न जरिया जावे, कर ही की वथ करे रहा। परख बनती भी जरूरी सी ते साध संगत तो भी सबब बन गया। पहला गुरु रामदास जी महाराज जी दे गुरु रामदास जी महाराज जी नूं गुरगद्दी मिली, उस तो बाद आउण दे समय दे विच ਤਿੰਨ ਪੁੱਤਰ ਹੋਏ। ਫਿਰ ਆਉਣ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਭਰਾ ਹੈ ਜਿਨ੍ਹਾਂ ਦੀ ਧੀ ਦਾ ਵਿਆਹ ਸੀਗਾ। ਪਹਿਲਾਂ ਉਹਨਾਂ ਨੇ ਆ ਕੇ ਗੁਰੂ ਰਾਮਦਾਸ ਜੀ ਨੂੰ ਉਹਨਾਂ ਦੇ ਚਰਨਾਂ ਦੇ ਸੀਸ ਨਿਵਾਇਆ। ਉਹਨਾਂ ਦਾ ਭਰਾ ਆਂਦਾ ਕਿ ਸਾਡੇ ਪੁੱਤਰ ਦੀ ਸ਼ਾਦੀ ਹੈ, ਮਾਫ ਕਰਿਓ ਪੁੱਤਰ ਦੀ ਸ਼ਾਦੀ ਹੈ, ਕਿ ਆਪ ਵੀ ਆਓ, ਸੰਗਤਾਂ ਨੂੰ ਦਰਸ਼ਨ ਦਿਓ, ਇਸ ਤਰ੍ਹਾਂ ਸੰਗਤਾਂ ਵੀ ਲਾਭ ਉਠਾ ਲੈਣਗੀਆਂ ਤੇ ਇਹ ਕਾਰਜ ਵੀ ਸਾਡਾ ਨਿਰਵਿਘਨ ਸੰਪੰਨ ਹੋ ਜਾਵੇਗਾ ਔਰ ਸੰਸਾਰ ਤੇ ਸਾਡੀ ਸ਼ੋਭਾ ਵੀ ਵਧੇਗੀ। ਤੇ ਸਾਧ ਸੰਗਤ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸੋਚਿਆ ਕਿ ਵਡਿਆਈ ਚਾਹੁੰਦੇ ਨੇ, ਕਿਤੇ ਗੱਲ ਉਲਟੀ ਨਾ ਹੋ ਜਾਏ, ਅਸੀਂ ਲਾਹੌਰ ਜਾਈਏ ਤੇ ਸਾਡੇ ਉੱਥੇ ਤਾਂ ਫਿਰ ਸੰਗਤਾਂ ਬਹੁਤ ਜ਼ਿਆਦਾ ਆ ਜਾਣਗੀਆਂ। ਐ ਨਾ ਹੋਵੇ ਕਿ ਆਪਣੇ ਪ੍ਰਾਹੁਣੇ ਨੂੰ ਸਾਂਭਣ ਕਿ ਸੰਗਤਾਂ ਨੂੰ ਸਾਂਭਣ। ਚਾਹੁੰਦੇ ਨੇ ਵਡਿਆਈ, ਕਿਤੇ ਗੱਲ ਉਲਟੀ ਹੀ ਨਾ ਹੋ ਜਾਵੇ। ਕਹਿੰਦੇ ਨੇ ਭਰਾਤਾ ਜੀ ਠੀਕ ਹੈ, ਸਾਡੇ ਨੁਕਤਾ ਨਿਗਾਹ ਤੋਂ, ਸੰਸਾਰਿਕ ਨੁਕਤਾ ਨਿਗਾਹ ਤੋਂ ਜਾਣਾ ਬਣਦਾ ਹੈ, ਪਰ ਸਾਡੀ ਤਾਂ ਸੇਵਾ ਲੱਗੀ ਹੋਈ ਹੈ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਵੱਲੋਂ। ਜੇ ਅਸੀਂ ਚਲੇ ਗਏ ਲਾਹੌਰ, ਫਿਰ ਇੱਥੇ ਸੰਗਤਾਂ ਨਿਰਾਸ਼ ਹੋਣਗੀਆਂ, ਵਾਪਸ ਪਰਤ ਜਾਣਗੀਆਂ। ਇਸ ਕਰਕੇ ਸਾਡਾ ਜਾਣਾ ਤੇ ਥੋੜਾ ਮੁਸ਼ਕਿਲ ਹੈ। ਹਾਂ, ਜੇ ਤੁਹਾਡੀ ਇੱਛਾ ਹੋਵੇ ਤਾਂ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਭੇਜ ਦੇਵਾਂਗੇ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਠੀਕ ਹੈ, ਤੁਹਾਡੀ ਖੁਸ਼ੀ ਹੈ ਤਾਂ ਸਾਹਿਬਜ਼ਾਦੇ ਨੂੰ ਭੇਜ ਦਿਓ। ਹੁਣ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਬੁਲਾਇਆ। ਬੇਟਾ ਪ੍ਰਿਥੀ ਚੰਦ, ਕਿ ਸਾਡੇ ਤਾਏ ਦਾ ਪੁੱਤਰ ਹੈ, ਉਹਦੇ ਪੁੱਤ ਦਾ ਵਿਆਹ ਹੈ, ਇਸ ਕਰਕੇ ਤੁਸੀਂ ਜਾਓ, ਇਹਦੇ ਸਪੁੱਤਰ ਦੀ ਸ਼ਾਦੀ ਹੈ, ਉਹ ਭਰਾ ਦੇ ਥਾਂ ਲੱਗਦੇ ਨੇ, ਸੋ ਜਾਓ ਤੁਸੀਂ ਲਾਹੌਰ ਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਉੱਥੇ ਕਾਰਜ ਵਿਹਾਰ ਕਰਿਓ। ਤੇ ਜਦੋਂ ਵਿਆਹ ਦਾ ਕਾਰਜ ਸੰਪੰਨ ਹੋ ਜਾਵੇ ਫਿਰ ਚੂਨਾ ਮੰਡੀ ਆ ਜੀ, ਫਿਰ ਉੱਥੇ ਦਰਸ਼ਨ ਸੰਗਤਾਂ ਨੂੰ ਦਰਸ਼ਨ ਦਿਓ ਔਰ ਕਥਾ ਵਿਚਾਰ ਕਰਿਓ, ਗੁਰਬਾਣੀ ਨਾਲ ਜੋੜਿਓ। ਫਿਰ ਪ੍ਰਿਥੀ ਚੰਦ ਦੇ ਮਨ ਵਿੱਚ ਗੱਲ ਆ ਗਈ ਕਿ ਗੁਰੂ ਪਿਤਾ ਜੀ ਦੇ ਪਾਸ ਤੀਸਰੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਉਹਨਾਂ ਜਿਹੜੇ ਉਹਨਾਂ ਨੂੰ ਗੱਦੀ ਬਖਸ਼ੀ, ਉਹਦੇ ਲਈ ਥੋੜ੍ਹੇ ਦਿਨ ਹੀ ਰਹਿ ਗਏ। ਉਹਨਾਂ ਨੂੰ ਪਾਤਸ਼ਾਹ ਦੀ ਵੀ ਸਿਹਤ ਇੰਨੀ ਸਹੀ ਨਹੀਂ ਰਹਿੰਦੀ ਹੈਗੀ। ਕਿਤੇ ਐਸਾ ਨਾ ਹੋਵੇ ਕਿ ਮੈਨੂੰ ਭੇਜ ਦੇਣ ਲਾਹੌਰ ਤੇ ਬਾਅਦ ਵਿੱਚ ਵਰਤਾ ਦੇਣ ਭਾਣਾ, ਮੈਂ ਲਾਹੌਰ ਹੀ ਬੈਠਾ ਰਹਿ ਜਾਵਾਂ। ਬਾਅਦ ਵਿੱਚ ਮਹਾਦੇਵ ਦੇ ਛੋਟੇ ਅਰਜਨ ਦੇਵ ਨੂੰ ਗੱਦੀ ਦੇ ਦੇਣ। ਕਹਿਣ ਲੱਗੇ, ਪਿਤਾ ਜੀ ਤੁਸੀਂ ਜਾਣਦੇ ਹੀ ਹੋ ਕਿ ਤੇ ਜਿੰਨੀ ਸੇਵਾ ਸਾਰੀ ਮੇਰੇ ਅੰਡਰ ਹੀ ਹੈ, ਜੇ ਮੈਂ ਲਾਹੌਰ ਚਲਾ ਗਿਆ ਤਾਂ ਸੇਵਾ ਕੌਣ ਕਰੂਗਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਬੇਟਾ ਸੇਵਾ ਅਸੀਂ ਕਿਸੇ ਹੋਰ ਪਾਸੋਂ ਲੈ ਲਾਂਗੇ, ਵੇ ਕੋਈ ਨਾ, ਤੂੰ ਵੱਡਾ, ਤੂੰ ਜਰਾ ਜਾਣਾ ਵੈਸੇ ਬਣਦਾ, ਤੂੰ ਜਾ। ਕਹਿੰਦੇ ਮਹਾਰਾਜ ਮੈਨੂੰ ਨਹੀਂ ਵਿਆਹ ਸ਼ਾਦੀਆਂ ਦੇ ਰੋਲੇ ਗੋਲੇ ਚੰਗੇ ਲੱਗਦੇ, ਮੇਰੇ ਤੋਂ ਨਹੀਂ ਲਾਹੌਰ ਦੀ ਗਰਮੀ ਸਹਾਰੀ ਜਾਂਦੀ, ਮੈਂ ਨਹੀਂ ਜਾ ਸਕਦਾ ਕਿਤੇ ਹੋਰ। ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਪ੍ਰਿਥੀ ਚੰਦ ਦੇ ਸੁਭਾਅ ਦੀ ਬਾਬਤ ਭਾਈ ਸੰਤੋਖ ਜੀ ਨੇ ਵਰਣਨ ਕੀਤਾ ਹੈ ਕਿ ਸੇਵਾ ਤਾਂ ਕਰਦੇ ਜ਼ਰੂਰ, ਸਵੇਰ ਤੋਂ ਸ਼ਾਮ ਤੱਕ ਸਿਰ ਖੁਰਕਣ ਦੀ ਵੇਲ ਨਹੀਂ, ਇੰਨਾ ਮਸਰੂਫ ਰਹਿੰਦਾ ਗੁਰੂ ਘਰ ਦੇ ਵਿਹਾਰ ਦੇ ਵਿੱਚ। ਪਰ ਸੁਭਾਅ ਦਾ ਕੈਸਾ, ਕੋ ਪ੍ਰਿਤ ਕੀ ਮਨ ਬਾਤ, ਕੋਈ ਗੱਲ ਮੰਨਦਾ ਜਿਹੜੀ ਇਹਦੇ ਮਨ ਨੂੰ ਚੰਗੀ ਲੱਗੇ, ਨਹੀਂ ਤਾਂ ਖਿੱਚ ਕੇ ਗੁੱਸੇ ਦੇ ਵਿੱਚ ਇਨਕਾਰ ਕਰ ਦਿੰਦਾ ਹੈ। ਨਹੀਂ ਰੇ ਉੱਤਰ ਦੇਤ ਰਸਾਤ,
महादेव जी उन्हें स्वभाव कैसा है? महादेव को मस्त स्वभाव, रहे मून तर रहे ना कहाओ। वो किसी ने बचन बिलास ही नहीं करते, चुप ही रहते ने। इन्हें भी इनकार कर दिता। गुरु रामदास जी महाराज जी ने महादेव जी ने बुलाया कि बेटा महादेव तू चल जा भी लाहौर। जो सारी गल दसी कि महाराज मैं तो ना किसी ना कोई गल करा, ना कोई बात करा, ना मैं किसी के ब्याह शादी अज तक गया वा, ना मेरी कोई इच्छा हैगी। मैं तो आप एक गृहस्थ मार्ग धारण ही नहीं किया। इन्हां शादी ब्याह की मैंने बहुत ज़्यादा जानकारी है नहीं। दुनिया के व्यवहार कारां दे विच रिश्तेदार संबंधी ये तो पैसे दे ने। अमीर के पास सारे चल के आते हैं, गरीब के पास कोई जाता नहीं, गरीब नूं कोई नहीं पुछदा। तो साध संगत बच्चे ने उन्होंने की मनना सी, उल्टियां उन्होंने सलाहां ही देन लग पए पातशाह नूं। गुरु रामदास जी महाराज जी ने देख लिया कि इन्हां दोनों ने तो भी हुण जाना नहीं, तो छोटे साहिबजादे नूं बुला, बेटा अर्जन देव तू जावे लाहौर, ये साडे ताए दा पुत्तर है, उम्र च साडे तो वड्डा है, इस करके तेरा ताया लगदा, इहदे पुत्तर दी शादी है, उत्थे जाके गुरु घर दी रौह रीत अनुसार सारे कारज विहार करो। उस तो बाद चूना मंडी आ जिओ, उत्थे जाके जिहड़ी धर्मशाला बनी है संगतां नूं सद उपदेश दी उपदेश देने ने। फिर जदों साडा उपदेश तुहानूं आऊगा, साडी चिट्ठी जो भी मैसेज आऊगा, फिर तुसीं उदों वापस होना। साध संगत विछड़ना तो अर्जन देव साहब जी भी नहीं चाहते सन, और हुक्म हो गया साहब गुरु रामदास जी महाराज जी का। सब तो वड्डी सेवा है गुरु की आज्ञा मननी। सा सेवा की सफल है जित सतगुर का मन मन्ने, जा सतगुर का मन मन्निया तो पाप कसमल भन्ने। उन्हें सिक्ख्या ही हमेशा ही मिलती है। माता भानी जी हमेशा ही नसीहत देंगे ने कि बेटा मैं देख रही हूँ पृथ्वी चंद ने भी इनकार कर दिता है, हंकारी हो गया है, महादेव की तो अधूत बिरती है, एक तेरे ते ही आस है। तो गुरु पिता के हुक्म नूं इलाही हुक्म जान के हमेशा सत बचन करके मस्तक ही झुकाउणा, उन्होंने बचना के उपर 100% पैरा देना है। गुरु का भावें कोई मोह नहीं हुंदा अपनी संतान के नाल, उन्होंने तो सिर्फ अधिकार ही देखना ना, बख्शिश सेवक उपर ही होनी है। भावें साहिबजादे होण फिर भी गुरु ने सेवक ही वेखने ने जिहड़े आग्याकारी होण। इस करके तो हमेशा गुरु घर की आग्या गुरु की आग्या दे विच ही रहना है, गुरु के हुक्म नूं अपना इलाही हुक्म मन के जानना है। बस साडी सलाह यही है पातशाह के हुक्म नूं हमेशा मन के चलना। आग्या सब नहीं जी साहिब सेवा, साहिब सेवा, आग्या सब नहीं जी साहिब सेवा, साहिब सेवा। आग्या सब नहीं जी साहिब सेवा, साहिब सेवा, आग्या सब नहीं जी साहिब सेवा, साहिब सेवा।
ਸਭਨੀ ਜੀ ਸਾਹਿਬ ਸੇਵਾ ਸਾਹਿਬ, ਆਗਿਆ ਸਭਨੀ ਜੀ ਸਾਹਿਬ ਸੇਵਾ ਸਾਹਿਬ ਸੇਵਾ, ਆਗਿਆ ਸਾਧ ਸੰਗਤ। ਉਸੇ ਵੇਲੇ ਗੱਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਗੁਰੂ ਪਾਤਸ਼ਾਹ ਜੀਓ, ਮੇਰੇ ਵੱਡੇ ਭਾਗ ਨੇ ਆਪਨੇ ਖੁਸ਼ੀ ਦੇ ਅਵਸਰ 'ਤੇ ਮੈਨੂੰ ਲਾਹੌਰ ਭੇਜ ਦਿੱਤਾ। ਮੈਂ ਤਾਂ ਆਪ ਦਾ ਹੁਕਮ ਮੰਨ ਕੇ ਉੱਥੇ ਜਾਣ ਵਾਸਤੇ ਵੀ ਤਿਆਰ ਹਾਂ, ਜਿੱਥੋਂ ਮੁੜ ਕੇ ਆਉਣ ਦੀ ਆਸ ਨਾ ਹੋਵੇ। ਜਿੱਥੇ ਆਪ ਮੈਨੂੰ ਭੇਜ ਰਹੇ ਹੋ ਉੱਥੇ ਤਾਂ ਬਥੇਰੇ ਮੰਗਲਾਚਾਰ ਹੋਣੇ ਨੇ। ਮੈਂ ਤੇ ਆਪ ਦਾ ਹੁਕਮ ਮੰਨ ਕੇ ਲਾਹੌਰ ਜਾ ਕੇ ਆਪਣੇ ਪ੍ਰਾਣ ਵੀ ਨਿਛਾਵਰ ਕਰ ਸਕਦਾ। ਇਹ ਤਾਂ ਸੁਖਮ ਕਾਜ ਮੈਂ ਮੋਹੇ, ਪਠੋ ਆਜ ਮੈਂ ਆਨੰਦ ਮੋਹੇ। ਜਿੱਥੇ ਜੀਵਨ ਨੂੰ ਵੀ ਸੰਸਾ ਹੋਵੇ, ਖਤਰਾ ਹੋਵੇ, ਪਾਣੀ ਨੂੰ ਪਿਆਸ ਬੁਝਾਉਣ ਲਈ ਪਾਣੀ ਵੀ ਨਾ ਹੋਵੇ, ਜੇ ਜਾਵਾਂ ਜੀਵਨ ਮੈਂ ਸੰਸੇ ਤੇ ਆਇਸ ਮੁਝ ਦੇਹੋ ਸੰਸੇ। ਦੇਰ ਨਾ ਕਰੋ ਗੁਰੂ ਜੀ ओहा प्राण देहो, मैं तुरन ताहा तत् निछावर। उस समय जाके मैं अपनी जान निछावर कर दूंगा। सो अब आपने सारा इतिहास सुने होगा कि आप लाहौर गए, सारा कार्य सफल हो गया। चूना मंडी गए, उत्थे उपदेश देन लगे, संगतां वध तो वध चढ़ के आउण लगियां। आप दा उत्थे दिल ना लगन करके आपने एक पत्रिका, 2 पत्रिका भेजियां, ਉਹ ਲੱਗ ਗਏ ਪ੍ਰਿਥੀ ਚੰਦ ਦੇ ਹੱਥ। ਤੀਸਰੀ ਪੱਤਰਕਾ ਸਾਵਧਾਨੀ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਹੱਥਾਂ 'ਚ ਪਹੁੰਚਾਈ। ਉਹ ਪੱਤਰਕਾ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪੜ੍ਹੀ। ਉਸੇ ਵੇਲੇ ਬਾਬਾ ਬੁੱਢਾ ਜੀ ਨੇ ਹੁਕਮ ਕੀਤਾ ਕਿ ਜਾਓ ਸਾਡੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਨੂੰ ਲੈ ਕੇ ਆਓ। ਉਹਦੇ ਮਨ ਦੇ ਵਿੱਚ ਸਾਡੇ ਮਿਲਾਪ ਵਾਸਤੇ ਬੜਾ ਬੇਬਲ ਹੈ। ਵਾਪਿਸ ਆ ਗਏ। ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਨੇ ਪੁੱਛਿਆ ਕਿ ਪੁੱਤਰ ਜੀਓ, ਮੁੱਦਤਾਂ ਹੋ ਗਈਆਂ ਨੇ ਲਾਹੌਰ ਗਿਆ ਨੂੰ, ਬੜਾ ਸਮਾਂ ਲਾ ਦਿੱਤਾ ਹੈ, ਆਪਨੇ ਵਾਪਿਸ ਆਉਣ ਦਾ ਨਾਮ ਹੀ ਨਹੀਂ ਲਿਆ। ਕਿ ਆਪ ਜੀ ਦਾ ਹੀ ਹੁਕਮ ਸੀ ਪਾਤਸ਼ਾਹ ਜੀਓ ਕਿ ਜਿੰਨੀ ਦੇਰ ਤੱਕ ਮੇਰਾ ਹੁਕਮ ਨਹੀਂ ਹੋਊਗਾ ਕਿ ਉਨੀ ਦੇਰ ਤੱਕ ਤੁਸੀਂ ਆਉਣਾ ਨਹੀਂ। ਤੇ ਪੁੱਤਰ ਜੀ ਕੋਈ ਪੱਤਰਕਾ ਭੇਜ ਦੇਣੀ ਸੀਗੀ, ਜੇ ਮੈਨੂੰ ਚੇਤਾ ਭੁੱਲ ਗਿਆ। ਕਹਿੰਦੇ ਮੈਂ ਭੇਜੀਆਂ ਪਹਿਲਾਂ 2, ਆਹ ਤੀਸਰੀ ਆ ਹੁਣ ਜਿਹੜੀ ਤੁਹਾਡੇ ਹੱਥ 'ਚ। ਕਹਿੰਦੇ ਨਾ ਸਾਡੇ ਹੱਥ 'ਚ ਪਹਿਲੀ ਆਈ ਹੈ ਨਾ ਦੂਜੀ ਆਈ ਹੈ। ਕਹਿੰਦੇ ਜਿੰਨੇ 2 ਭੇਜੀਆਂ ਨੇ ਫੜਾ ਕੇ ਗਿਆ ਸੀ ਪੱਤਰਕਾ, ਮੇਰੇ ਨਾਲ ਹੀ ਆ। ਤੇ ਉਹ ਸਿੱਖ ਫਟਾਫਟ ਉੱਠ ਕੇ ਕਹਿੰਦੇ ਕਿ ਮੈਂ ਪ੍ਰਿਥੀ ਚੰਦ ਨੂੰ ਦਿੱਤੀਆਂ ਸੀਗੀਆਂ। ਪ੍ਰਿਥੀ ਚੰਦ ਕਹਿੰਦਾ ਮੇਰੇ ਕੋਲ ਤਾਂ ਕੋਈ ਆਈ ਨਹੀਂ। ਸਿੱਖ ਨੇ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਮੈਨੂੰ ਝੂਠਾ ਬਣਾ ਰਿਹਾ। ਉਹ ਕਿਹੜਾ ਕੋਈ ਜਾਇਦਾਦ ਸੀ ਜਿਹੜੀ ਮੈਂ ਛੁਪਾ ਕੇ ਰੱਖ ਲੈਣੀ ਸੀ। ਗੁਰੂ ਰਾਮਦਾਸ ਜੀ ਮਹਾਰਾਜ ਪ੍ਰਿਥੀ ਚੰਦ ਨੂੰ ਕਹਿਣ ਲੱਗੇ ਕਿ ਕੀ ਚੀਜ਼ ਹੈ ਵੀ ਕਾਗਜ਼ ਦੇ ਟੁਕੜੇ ਹੀ ਨੇ, 2 ਅਕਸ਼ਰ ਨੇ, ਜੇ ਤੇਰੇ ਪਾਸ ਹੈ ਤਾਂ ਦੇ ਦੇ। ਤੇ ਸਾਧ ਸੰਗਤ ਉਸਨੇ ਪਾਤਸ਼ਾਹ ਦੀ ਪਦਵੀ ਦਾ ਵੀ ਲਿਹਾਜ਼ ਨਹੀਂ ਕੀਤਾ ਤੇ ਉੱਥੇ ਹੀ ਕਹਿਣ ਲੱਗੇ ਤੁਸੀਂ ਇਸ ਪੰਗਲੇ ਦੇ ਉੱਪਰ ਯਕੀਨ ਕਰਕੇ ਮੇਰੇ ਤੇ ਸ਼ੱਕ ਕਰ ਰਹੇ ਹੋ। ਫਿਰ ਪਾਤਸ਼ਾਹ ਨੇ ਉਹਦਾ ਜਾਮਾ ਮੰਗਵਾਇਆ ਪ੍ਰਿਥੀ ਚੰਦ ਦਾ। ਉਹ 'ਚ ਦੇਖਿਆ ਉਹਦੇ ਖਿੱਸੇ ਦੇ ਵਿੱਚ 2 ਪਰਚੀਆਂ ਨਿਕਲੀਆਂ, 2 ਚਿੱਠੀਆਂ ਨਿਕਲੀਆਂ। ਕਹਿੰਦੇ ਇਹ 'ਚ ਕੀ ਲਿਖਣ ਨੂੰ, ਮੈਂ ਲਿਖ ਸਕਦਾ ਵਾਂ। ਕਹਿੰਦੇ ਜੇ ਲਿਖ ਸਕਦੇ ਵੀ ਫਿਰ ਆਹ ਤੀਜੀ ਚਿੱਠੀ ਹੈਗੀ ਆ ਤੇ ਤੂੰ ਚੌਥੀ ਵੀ ਲਿਖ ਦੇ, ਪੂਰੀ ਕਰ ਦੇ। ਇਹਨੂੰ ਪੜ੍ਹ ਕੇ, ਤੀਜੀ ਨੂੰ ਪੜ੍ਹ ਕੇ 3 ਪਦ ਹੋ ਗਏ ਨੇ ਤੇ ਚੌਥਾ ਪਦ ਤੂੰ ਸ਼ਬਦ ਉਚਾਰਨ ਕਰ ਦੇ, ਇਸ ਸ਼ਬਦ ਨੂੰ ਸੰਪੂਰਨ ਕਰ ਦੇ। ਤੇ ਸਾਧ ਸੰਗਤ ਉਹ ਸ਼ਬਦ ਜਿਹੜਾ ਪੜ੍ਹਦੇ ਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰੀ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ ਰਹਾਓ, ਹਉ ਕੋਲੀ ਜਿਉ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜਿਉ ਰਹਾਓ। ਤੇਰਾ ਮੁਖ ਸੁਹਾਵਾ ਜਿਉ ਸਹਿ ਧੁਨ ਬਾਣੀ, ਚਿਰ ਹੋਆ ਦੇਖੈ ਸਾਰਿੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜਿਉ, ਹਉ ਕੋਲੀ ਹਉ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜਿਉ ਰਹਾਓ। ਫਿਰ ਤੀਸਰੀ ਪੱਤਰਕਾ ਹੁਣ ਪਹੁੰਚੀ ਕੁਝ ਦਿਨ ਪਹਿਲਾਂ।
ਕਿਹੜੀ? एक घड़ी न मिलते तो कलयुग होता, हुण कद मिलिए प्रेत भगवंता। मोहे रहन न विहावे नींद न आवे, बिन देखे गुर दरबारे जियो। हो कोली जियो कोल घुमाई, ते सच्चे गुर दरबारे जियो। कहने लगे पृथ्वी चंद अगली पत्रिका, ये 3 पत्रिका पढ़तियां ने, हुण अगला तू पद उचार दे, चौथा पद भी तू ही लिख दे, ये शब्द मुकम्मल हो जाए। साध संगत उन्होंने अनुभव तो है नहीं सी, कदे उन्होंने दुर्वचन बोल लिया, उन्होंने गालां कढ़ लिया, उन्होंने चीक के बोल लिया, उन्होंने रोला पा के बोल लिया, तो भाषा नूं फिर वध घट बोल रहे। जिन्ना भरिया पिया सी सारा बोल रहा सी, जो पावे भांडे विच वस्त सार निकले, क्या कोई करे विचारा। अंदर छल सी, कपट सी, वो सारा कुछ बाहर आ रहा। फिर गुरु रामदास जी महाराज जी ने अपने छोटे साहिबजादे नूं इशारा किया कि छोटा पद उचारण करो, और समय जिहड़ा समय अनुसार होवे। आपने शब्द उचारण किया, चौथा पद उचारण किया, उन्हें संपूर्ण करने वास्ते। भाग होआ गुर संत मिलाया, प्रभ अविनाशी घर में पाया। सेव करी पल चसा न विछड़ा, जन नानक दास तुम्हारे जियो। हो कोली जियो कोल कमाई, जन नानक दास तुम्हारे जियो। मैं भागा वाला जी, दर्शन हो गए, दर्शन हो गए। मैं भागा वाला जी, दर्शन हो गए, दर्शन हो गए। भागा वाला जी, दर्शन हो गए, दर्शन दर्शन हो गए, दर्शन हो गए। दर्शन हो गए, दर्शन हो गए, दर्शन हो गए, दर्शन हो गए। दर्शन हो गए, दर्शन हो गए, दर्शन हो गए, दर्शन हो गए। दर्शन हो गए, दर्शन हो गए, दर्शन हो गए, दर्शन हो गए, दर्शन हो गए। भागा वाला जी, दर्शन हो गए, दर्शन भागा वाला जी, दर्शन हो गए, दर्शन हो गए। भागा वाला जी, दर्शन हो गए, दर्शन हो गए। मैं भागा वाला जी, दर्शन हो गए, दर्शन हो गए। गुरु रामदास जी महाराज ने क्या जेड़े हुण तुसी दसो, उन्होंने अगला पद उचारण किया, शब्द पूरा किया। बाबा बुढ़ा साहब जी ने कहा कि हुण तुसी दसो कि भी हुण अगली हुण अगे बैठण वाला कौन है इस गद्दी ते, किहड़ा आग्याकारी है। कहंदे आही ने जिहड़े जिन्हां ने शब्द उचारण किया है, सहनशीलता भी है, आग्याकारी भी ने, गुरबाणी उचारण जोगे हो गए, उस एक दी गल करन जोगे हो गए ने। इन्हां तो इलावा होर कौन है। फिर कहंदे फिर हुण लेट करन हुन्ने आपां छेती तो छेती इन्हां नूं गद्दी ते बिठाइए। पातशाह ने उन्होंने हुक्म किया कि इशनान पानी करके आओ, तैयार होके आए। पातशाह ने आप उठे और अपने पुत्त नूं बिठाया, छोटे पुत्र नूं। मत्था टेकिया, गुरु बनाया उन्होंने, आप सेवक हो।
ਸਿਰ ਸਿੱਖ ਕੌਮ ਦੇ ਵਿੱਚ ਗੁਰੂ ਹੋਏ ਨੇ ਜਿਹੜੇ ਹਮੇਸ਼ਾ ਹੀ ਖੁਦ ਗੁਰੂ ਬਣ ਕੇ, ਖੁਦ ਗੁਰੂ ਦੀ ਪਦਵੀ ਪ੍ਰਾਪਤ ਕਰਕੇ ਫਿਰ ਅੱਗੇ ਸਿੱਖ ਨੂੰ, ਕਿਸੇ ਸੇਵਾਦਾਰ ਨੂੰ ਅੱਗੇ ਗੁਰੂ ਬਣਾ ਕੇ ਆਪ ਉਹਦੇ ਅੱਗੇ ਸੀਸ ਝੁਕਾਇਆ। ਹੋਰ ਕਿਸੇ ਧਰਮ ਦੇ ਵਿੱਚ ਇਹ ਨਹੀਂ ਹੋਇਆ। ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਪ ਨਾ ਛਾੜਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆ ਹੈ ਸੰਗਤ ਸ੍ਰਿਸ਼ ਨਿਹਾਲ ਕਰੀ। ਰਾਮਦਾਸ ਗੁਰੂ ਜਗਤਾਰਨ ਕੋ ਗੁਰੂ ਜੋਤ ਅਰਚਨ ਮਾਹਿ ਤਰੀ। ਸੋਢੀ ਸੁਲਤਾਨ ਗੁਰਤਾ ਗੱਦੀ ਅਧਿਕਾਰੀ ਦੇ ਕੇ ਸਰਬਗੁਣ ਸੰਪੰਨ ਜਾਣ ਕੇ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ੀ ਤੇ ਆਪ ਗੁਰਤਾ ਗੱਦੀ ਉੱਪਰ ਸੁਸ਼ੋਭਿਤ ਹੋ ਕੇ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚੰਦੋਆ। सतगुर का खिवे चंदो, सतगुर का खिवे चंदो, गुर का खिवे चंदो, सतगुर का खिवे चंदो। सतगुर का खिवे चंदो, सतगुर का खिवे चंदो। तख्त तीन गुरु रामदास, तख्त तीन गुरु रामदास। तख्त बैठा अर्जन गुरु, तख्त बैठा अर्जन गुरु। सतगुर का खिवे चंदो, सतगुर का खिवे चंदो, सतगुर का खिवे चंदो, सतगुर का खिवे चंदो। सतगुर का खिवे चंदो, सतगुर का खिवे चंदो, सतगुर का खिवे चंदो। तख्त बैठा अर्जन गुरु, सतगुर का खिवे चंदोआ। पटाने ने बाबत की क्या है? तरन गगन रब, तरन गवन गगन नव खंड रहे, जोत स्वरूप रह्यो पर। जब लो नहीं भाग लिलार उदय, तब लो प्रमते फिरते बहुत आयो। भटकते ही रहे उन्नी देर। कल घोर समुद्र में बूढ़त थे, कबहू मिट है नाही रे पछतायो। संसार के समुद्र के गोते खाते रहे। तत् विचार यह मथुरा जगत तारन को अवतार बना। जप्यो जिन अर्जन देव गुरु, फिर संकट जोन गर्भ न आयो। जिन्हों ने तुहाडा उपदेश जपिया है, तुहाडे उपदेश की कमाई की है, तुहाडा दर्शन किया, वो मुड़ के गर्भ जोन के चक्कर च नहीं फसते। फिर संकट जोन गर्भ न आयो। क्यों? गुरु अर्जन और हरि अकाल दे कोई भेद ही नहीं। तरन गगन नव खंड में जोत स्वरूप
रहयो पर, पन मथुरा कछ भेद नहीं गुर अर्जन प्रतख हर। ओ प्रतख हरि, ओ प्रतख अकाल पुरख वाहिगुरु सर्व स्वरूप ही ने। आओ साध संगत, गुरता गद्दी उपर सुशोभित होकर गुरु अर्जन देव जी महाराज जी ने जो उपकार किए, जो मनुखता दियाँ सेवावां कीतियां, तो साध संगत तो गिनिया नहीं जा सकती। सब तो वड्डी मनुखता की सेवा जो तीसरे पातशाह साहब गुरु अमरदास जी महाराज जी का बचन है, बाणी को बहुत वड्ड हवै है। श्री गुरु ग्रंथ साहिब जी की सिरजना समुची लुकाई वास्ते, समुची लुकाई का साझा उपदेश, खतरी ब्राह्मण सूद वैश उपदेश चौ वर्णा को साझा। गुरमुख नाम लिवै, गुरमुख नाम जपै उदरै, कल मैं घट घट नानक मांझ। गुरु अर्जन देव साहब जी का अज आप प्रकाश दिहाड़ा मना रहे, उन्होंने बारे थोड़ी बहुत विचार की, संखेप जी विचार की है। समा थोड़ा ज़्यादा हो गया इस बार, अगली बार तो कोशिश करांगे आप समा संकोच के चलीए। सो आप जी ने गुरु अर्जन देव जी के प्रकाश दिहाड़े की लख लख बधाई होवे। सब गुरुमुख माई भाई श्लोक विच पढ़ के अरदास भी सावधान होना, गुरु महाराज जी का हुक्म सरवण करना, पूरी समाप्ति तो बाद फिर अपने घरों चाले पाने। श्लोक पवन गुरु पानी पिता माता धरत महत, चंगे आइया बुरे आइया वाचे धर्म मूल, जिन्नी नाम से आया वे सतगत काल, वाहिगुरु जी का खालसा वाहिगुरु जी की फतेह फतेह, जी की फतेह फतेह। तुम सतनाम श्री वाहिगुरु साहिब जी। सतनाम श्री वाहिगुरु साहिब जी। मेरा वैद गुरु गोबिंदा, हर हर नाम मुख देवै, काटै जब की फंदा, सो को अटल गुर सेवियै, ऐरस सहज सुभाए, दर्शन बसियै गुरु के, दर्शन जन्म मरण दुख जाए। सतनाम श्री वाहिगुरु साहिब जी। तनासरी महला पंजवा। औखी घड़ी ना देखण देई, अपना बिरद संभाले, हाथ में रखे अपने को, सास सास बिरद पाले। औखी घड़ी ना देखण देई,
ਵਾਹਿਗੁਰੂ ਜੀ ਕਾ ਖਾਲਸਾ